ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 9ਵੀਂ ਦੇ ਪਾਠ 1 ਤੋਂ ਪਾਠ 4 ਤੱਕ ਦੀ ਦੁਹਰਾਈ ਕਰਾਂਗੇ। ਆਓ ਅਸੀਂ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪਾਠ ਨੰਬਰ 1 ਖਾਲੀ ਥਾਵਾਂ ਭਰੋ, ਜਿਸ ਵਿੱਚ ਪਹਿਲੀ ਖਾਲੀ ਥਾਂ ਹੈ ਇੱਕ ਐਕਸਲ ਵਰਕਬੁੱਕ ਵਿੱਚ ਡੈਸ਼ ਹੁੰਦੀਆਂ ਹਨ। ਸਾਡੇ ਕੋਲ ਇਸਦੇ ਆਪਸ਼ਨ ਹੈ ਵਰਕਸ਼ੀਟਾਂ, ਰੋਜ਼, ਕਾਲਮ ਜਾਂ ਫਾਰਮੂਲੇ। ਸਾਡੇ ਕੋਲ ਸਹੀ ਉੱਤਰ ਹੈ ਇੱਕ ਐਕਸਲ ਵਰਕਬੁੱਕ ਵਿੱਚ ਵਰਕਸ਼ੀਟਾਂ ਹੁੰਦੀਆਂ ਹਨ। ਦੂਸਰੀ ਸਾਡੇ ਕੋਲ ਖਾਲੀ ਥਾਂ ਹੈ ਸੈੱਲ ਦੀ ਅਸਲ ਕੀਮਤ ਡੈਸ਼ ਬਾਰ ਵਿੱਚ ਨਜ਼ਰ ਆਉਂਦੀ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਟਾਈਟਲ, ਮੀਨੂ, ਫਾਰਮੂਲਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡਾ ਇਸਦਾ ਸਹੀ ਉੱਤਰ ਹੈ ਸੈੱਲ ਦੀ ਅਸਲ ਕੀਮਤ ਫਾਰਮੂਲਾ ਬਾਰ ਵਿੱਚ ਨਜ਼ਰ ਆਉਂਦੀ ਹੈ। ਤੀਸਰੀ ਖਾਲੀ ਥਾਂ ਹੈ ਡੈਸ਼ ਫਾਰਮੈਟਿੰਗ ਨੂੰ ਅਸੀਂ ਆਪਣੀ ਜ਼ਰੂਰਤ ਅਨੁਸਾਰ ਕਿਸੇ ਸੈੱਲ ਉੱਤੇ ਇੱਕ ਜਾਂ ਇੱਕ ਤੋਂ ਵੱਧ ਨਿਯਮ ਲਗਾ ਕੇ ਲਾਗੂ ਕਰ ਸਕਦੇ ਹਾਂ। ਸਾਡੇ ਕੋਲ ਇਸਦੇ ਆਪਸ਼ਨ ਹੈ ਫਾਰਮੂਲਾ, ਫੰਕਸ਼ਨ, ਕੰਡੀਸ਼ਨਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਕੰਡੀਸ਼ਨਲ ਫਾਰਮੈਟਿੰਗ ਨੂੰ ਅਸੀਂ ਆਪਣੀ ਜ਼ਰੂਰਤ ਅਨੁਸਾਰ ਕਿਸੇ ਸੈੱਲ ਉੱਤੇ ਇੱਕ ਜਾਂ ਇੱਕ ਤੋਂ ਵੱਧ ਨਿਯਮ ਲਗਾ ਕੇ ਲਾਗੂ ਕਰ ਸਕਦੇ ਹਾਂ। ਚੌਥੀ ਖਾਲੀ ਥਾਂ ਹੈ ਫਾਰਮੈਟ ਕਮਾਂਡ ਡੈਸ਼ ਟੈਬ ਉੱਤੇ ਉਪਲਬਧ ਹੁੰਦੀ ਹੈ। ਸਾਡੇ ਕੋਲ ਇਹ ਆਪਸ਼ਨ ਹੈ ਹੋਮ, ਇਨਸਰਟ, ਡਾਟਾ ਜਾਂ ਫਾਰਮੂਲਾ। ਤਾਂ ਸਾਡੇ ਕੋਲ ਸਹੀ ਉੱਤਰ ਹੈ ਫਾਰਮੈਟ ਕਮਾਂਡ ਹੋਮ ਟੈਬ ਉੱਤੇ ਉਪਲਬਧ ਹੁੰਦੀ ਹੈ। ਪੰਜਵੀਂ ਸਾਡੇ ਕੋਲ ਖਾਲੀ ਥਾਂ ਹੈ ਸਾਰੇ ਫਾਰਮੂਲੇ ਡੈਸ਼ ਚਿੰਨ੍ਹ ਨਾਲ ਸ਼ੁਰੂ ਹੋਣੇ ਚਾਹੀਦੇ ਨੇ। ਇਹਦੇ ਸਾਡੇ ਆਪਸ਼ਨ ਹੈ ਸਿਗਮਾ, ਜਮਾ, ਬਰਾਬਰ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਸਾਰੇ ਫਾਰਮੂਲੇ ਬਰਾਬਰ ਹੈ ਚਿੰਨ੍ਹ ਨਾਲ ਸ਼ੁਰੂ ਹੋਣੇ ਚਾਹੀਦੇ ਹਨ। ਛੇਵਾਂ ਸਾਡੇ ਕੋਲ ਖਾਲੀ ਥਾਂ ਹੈ ਵਰਕਸ਼ੀਟ ਵਿੱਚ ਲਿਖੇ ਡਾਟਾ ਨੂੰ ਡੈਸ਼ ਦੀ ਮਦਦ ਨਾਲ ਇੱਕ ਕ੍ਰਮ ਵਿੱਚ ਅਰੇਂਜ ਕੀਤਾ ਜਾ ਸਕਦਾ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਫਾਰਮੂਲਾ, ਫੰਕਸ਼ਨ, ਫਿਲਟਰ ਜਾਂ ਸੌਰਟਿੰਗ। ਸਾਡੇ ਕੋਲ ਸਹੀ ਉੱਤਰ ਹੈ ਵਰਕਸ਼ੀਟ ਵਿੱਚ ਲਿਖੇ ਡਾਟਾ ਨੂੰ ਸੌਰਟਿੰਗ ਦੀ ਮਦਦ ਨਾਲ ਇੱਕ ਕ੍ਰਮ ਵਿੱਚ ਅਰੇਂਜ ਕੀਤਾ ਜਾ ਸਕਦਾ ਹੈ। ਅੱਗੇ ਸਾਡੇ ਕੋਲ ਹੁਣ ਸਹੀ ਗੱਲ ਦੱਸੋ। ਪਹਿਲਾ ਸਹੀ ਗੱਲ ਤਾਂ ਇੱਕ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲੇ ਹੁੰਦਾ ਹੈ, ਸਹੀ। ਦੂਸਰਾ ਹੈ ਚਿੰਨ੍ਹ ਐਕਸ ਦੀ ਵਰਤੋਂ ਜਾਂ ਗੁਣਾ ਦੀ ਵਰਤੋਂ ਗੁਣਾ ਕਰਨ ਲਈ ਕੀਤੀ ਜਾਂਦੀ ਹੈ, ਗਲਤ। ਤੀਸਰਾ ਹੈ ਫਾਰਮੂਲਾ ਇੱਕ ਸਾਰਣੀ ਹੁੰਦਾ ਹੈ ਜੋ ਗਣਨਾ ਕਰਦਾ ਹੈ, ਸਹੀ। ਚੌਥਾ ਸਹੀ ਗਲਤ ਹੈ ਹਰੇਕ ਫੰਕਸ਼ਨ ਦਾ ਖਾਸ ਕ੍ਰਮ ਹੁੰਦਾ ਹੈ ਜਿਸ ਨੂੰ ਸਿੰਟੈਕਸ ਕਿਹਾ ਜਾਂਦਾ ਹੈ, ਸਹੀ। ਪੰਜਵਾਂ ਹੈ ਫਿਲਟਰ ਲਿਸਟ ਵਿੱਚੋਂ ਖਾਸ ਸੂਚਨਾ ਲੱਭਦਾ ਹੈ, ਸਹੀ। ਅੱਗੇ ਸਾਡੇ ਕੋਲ ਹੈ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਕੰਡੀਸ਼ਨਲ ਫਾਰਮੈਟਿੰਗ ਕੀ ਹੁੰਦੀ ਹੈ। ਸੋ ਕੰਡੀਸ਼ਨਲ ਫਾਰਮੈਟਿੰਗ ਇੱਕ ਅਜਿਹਾ ਟੂਲ ਹੈ ਜਿਸ ਰਾਹੀਂ ਇੱਕ ਸੈੱਲ ਜਾਂ ਸੈੱਲਾਂ ਦੀ ਰੇਂਜ ਉੱਤੇ ਕਿਸੇ ਸ਼ਰਤ ਦੇ ਆਧਾਰ ਤੇ ਕੋਈ ਫਾਰਮੈਟ ਲਾਗੂ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਅਸੀਂ ਆਪਣੀ ਲੋੜ ਅਨੁਸਾਰ ਕਿਸੇ ਵੀ ਸੈੱਲ ਜਾਂ ਸੈੱਲਾਂ ਦੀ ਰੇਂਜ ਤੇ ਇੱਕ ਜਾਂ ਇੱਕ ਤੋਂ ਵੱਧ ਨਿਯਮ ਅਪਲਾਈ ਕਰਨ ਲਈ ਕਰਦੇ ਹਾਂ। ਦੂਸਰਾ ਪ੍ਰਸ਼ਨ ਹੈ ਮਰਜ ਅਤੇ ਸੈਂਟਰ ਕੀ ਹੁੰਦਾ ਹੈ। ਮਰਜਿੰਗ ਸੈੱਲ ਆਪਸ਼ਨ ਦੀ ਵਰਤੋਂ ਕਿਸੇ ਟਾਈਟਲ ਨੂੰ ਸਪਰੈਡਸ਼ੀਟ ਦੇ ਖਾਸ ਭਾਗ ਵਿੱਚ ਸੈਂਟਰ ਵਿੱਚ ਕਰਨ ਲਈ ਕੀਤੀ ਜਾਂਦੀ ਹੈ। ਜਦੋਂ ਸੈੱਲਾਂ ਦੇ ਇੱਕ ਗਰੁੱਪ ਨੂੰ ਮਰਜ ਕੀਤਾ ਜਾਂਦਾ ਹੈ ਤਾਂ ਨਤੀਜੇ ਵਜੋਂ ਸੈੱਲ ਵਿੱਚ ਲਿਖਿਆ ਹੋਇਆ ਟੈਕਸਟ ਚੁਣੇ ਹੋਏ ਸੈੱਲਾਂ ਅਨੁਸਾਰ ਮਰਜ ਹੋ ਕੇ ਸੈਂਟਰ ਵਿੱਚ ਆ ਜਾਂਦਾ ਹੈ। ਤੀਸਰਾ ਪ੍ਰਸ਼ਨ ਹੈ ਸੈੱਲ ਰੈਫਰੈਂਸਿੰਗ ਕੀ ਹੁੰਦੀ ਹੈ। ਸੈੱਲ ਰੈਫਰੈਂਸ ਸੈੱਲ ਦਾ ਐਡਰੈਸ ਹੁੰਦਾ ਹੈ ਜੋ ਕਿ ਫਾਰਮੂਲੇ ਜਾਂ ਫੰਕਸ਼ਨਾਂ ਵਿੱਚ ਵਰਤਿਆ ਜਾਂਦਾ ਹੈ। ਉਦਾਹਰਨ ਲਈ ਬਰਾਬਰ A1 + A2 ਫਾਰਮੂਲੇ ਵਿੱਚ A1 ਅਤੇ A2 ਸੈੱਲ ਦੇ ਰੈਫਰੈਂਸ ਨੂੰ ਦਰਸਾਉਂਦੇ ਹਨ। A1 ਅਤੇ A2 ਸੈੱਲਾਂ ਵਿਚਲੇ ਡਾਟੇ ਦਾ ਜੋੜ ਕਰਨ ਲਈ ਇਹ ਫਾਰਮੂਲਾ ਵਰਤਿਆ ਜਾ ਸਕਦਾ ਹੈ। ਸੋ ਐਕਸਲ ਵਿੱਚ ਸੈੱਲ ਦਾ ਰੈਫਰੈਂਸ ਲਿਖਣ ਦੇ ਸਾਡੇ ਕੋਲ 3 ਤਰੀਕੇ ਹਨ। ਪਹਿਲਾ ਹੈ ਐਬਸੋਲਿਊਟ ਰੈਫਰੈਂਸ, ਦੂਸਰਾ ਰਿਲੇਟਿਵ ਰੈਫਰੈਂਸ, ਤੀਸਰਾ ਮਿਕਸਡ ਰੈਫਰੈਂਸ। ਅਗਲਾ ਪ੍ਰਸ਼ਨ ਹੈ ਸੌਰਟਿੰਗ ਕੀ ਹੁੰਦੀ ਹੈ। ਐਕਸਲ ਵਿੱਚ ਡਾਟਾ ਨੂੰ ਇੱਕ ਕ੍ਰਮ ਵਿੱਚ ਲਗਾਉਣਾ ਸੌਰਟਿੰਗ ਕਹਾਉਂਦਾ ਹੈ। ਡਾਟਾ ਨੂੰ ਘਟਦੇ ਜਾਂ ਵੱਧਦੇ ਕ੍ਰਮ ਵਿੱਚ ਲਗਾਇਆ ਜਾ ਸਕਦਾ ਹੈ। ਡਾਟਾ ਨੂੰ ਸੌਰਟ ਕਰਨ ਲਈ ਹੋਮ ਜਾਂ ਡਾਟਾ ਟੈਬ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੋ ਡਾਟਾ ਨੂੰ ਵੱਧਦੇ ਕ੍ਰਮ ਵਿੱਚ ਲਗਾਉਣ ਲਈ ਅਤੇ ਘਟਦੇ ਕ੍ਰਮ ਵਿੱਚ ਲਗਾਉਣ ਲਈ A to Z ਜਿਹੜਾ ਆਈਕਨ ਹੈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਫਿਲਟਰ ਕੀ ਹੁੰਦੇ ਹਨ। ਐਕਸਲ ਵਿੱਚ ਫਿਲਟਰ ਦੀ ਵਰਤੋਂ ਕਿਸੇ ਖਾਸ ਸੂਚਨਾ ਨੂੰ ਲੱਭਣ ਲਈ ਕੀਤੀ ਜਾਂਦੀ ਹੈ। ਐਕਸਲ ਵਿੱਚ ਵੱਖ-ਵੱਖ ਕਿਸਮਾਂ ਦੇ ਡਾਟਾ ਉੱਤੇ ਫਿਲਟਰ ਲਗਾਏ ਜਾ ਸਕਦੇ ਹਨ। ਫਿਲਟਰ ਇੱਕ ਜਾਂ ਇੱਕ ਤੋਂ ਵੱਧ ਕਾਲਮਾਂ ਉੱਤੇ ਲਗਾਏ ਜਾ ਸਕਦੇ ਹਨ। ਡਾਟਾ ਨੂੰ ਫਿਲਟਰ ਕਰਨ ਲਈ ਹੋਮ ਜਾਂ ਡਾਟਾ ਟੈਬ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਗਲਾ ਸਾਡੇ ਕੋਲ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ। ਪਹਿਲਾ ਪ੍ਰਸ਼ਨ ਹੈ ਸੈੱਲ ਕੀ ਹੁੰਦਾ ਹੈ। ਅਸੀਂ ਆਪਣੀ ਮੌਜੂਦਾ ਵਰਕਸ਼ੀਟ ਵਿੱਚ ਇੱਕ ਨਵੇਂ ਸੈੱਲ ਨੂੰ ਕਿਵੇਂ ਦਾਖਲ ਕਰ ਸਕਦੇ ਹਾਂ। ਸੋ ਐਕਸਲ ਵਿੱਚ ਰੋ ਅਤੇ ਕਾਲਮ ਦੇ ਕਾਰਡ ਖੇਤਰ ਨੂੰ ਸੈੱਲ ਕਿਹਾ ਜਾਂਦਾ ਹੈ। ਐਕਸਲ ਵਿੱਚ ਹਰੇਕ ਸੈੱਲ ਦਾ ਆਪਣਾ ਐਡਰੈਸ ਹੁੰਦਾ ਹੈ। ਇਹ ਐਡਰੈਸ ਕਾਲਮ ਦੇ ਨਾਮ ਅਤੇ ਰੋ ਦੇ ਨੰਬਰ ਤੋਂ ਮਿਲ ਕੇ ਬਣਦੇ ਹਨ। ਸੋ ਉਦਾਹਰਨ ਲਈ ਜਿਵੇਂ ਕਿ ਸੱਜੇ ਪਾਸੇ ਚਿੱਤਰ ਵਿੱਚ ਦੇਖ ਪਾ ਰਹੇ ਹੋ A5 ਸੈੱਲ ਐਡਰੈਸ, ਜਿਸ ਵਿੱਚ A ਜਿਹੜਾ ਕਾਲਮ ਹੈ ਅਤੇ 5 ਜਿਹੜਾ ਹੈ
ਉਹ ਰੋ ਦੇ ਕੱਟਣ ਦੇ ਨਾਲ ਬਣਿਆ ਹੈ। ਸੋ ਮੌਜੂਦਾ ਵਰਕਸ਼ੀਟ ਵਿੱਚ ਅਸੀਂ ਕਿਸੇ ਵੀ ਜਗ੍ਹਾ ਤੇ ਨਵਾਂ ਸੈੱਲ ਦਾਖਲ ਕਰ ਸਕਦੇ ਹਾਂ। ਸੋ ਨਵਾਂ ਸੈੱਲ ਦਾਖਲ ਕਰਨ ਦੇ ਸਾਡੇ ਕੋਲ ਜਿਹੜੇ ਸਟੈਪਸ ਨੇ, ਜਿਸ ਵਿੱਚ ਸਾਡੇ ਕੋਲ ਪਹਿਲਾ ਸਟੈਪ ਹੈ, ਉਸ ਰੋ ਜਾਂ ਕਾਲਮ ਦੀ ਚੋਣ ਕਰੋ ਜਿੱਥੇ ਤੁਸੀਂ ਨਵਾਂ ਸੈੱਲ ਦਾਖਲ ਕਰਨਾ ਚਾਹੁੰਦੇ ਹੋ। ਉਸ ਤੋਂ ਬਾਅਦ ਹੋਮ ਟੈਬ ਦੇ ਸੈੱਲ ਗਰੁੱਪ ਵਿੱਚ ਇਨਸਰਟ ਬਟਨ ਤੇ ਕਲਿੱਕ ਕਰੋ, ਜਿਵੇਂ ਕਿ ਸੱਜੇ ਚਿੱਤਰ ਵਿੱਚ ਦਿਖਾ ਰਿਹਾ। ਡਰਾਪ ਡਾਊਨ ਲਿਸਟ ਵਿੱਚੋਂ ਇਨਸਰਟ ਸੈੱਲ ਤੇ ਕਲਿੱਕ ਕਰੋ। ਇਨਸਰਟ ਡਾਇਲੌਗ ਬਾਕਸ ਵਿੱਚੋਂ ਢੁਕਵੀਂ ਆਪਸ਼ਨ ਤੇ ਕਲਿੱਕ ਕਰੋ। ਇਸ ਤਰ੍ਹਾਂ ਇੱਕ ਨਵਾਂ ਸੈੱਲ ਦਾਖਲ ਹੋ ਜਾਵੇਗਾ। ਤੀਸਰਾ ਪ੍ਰਸ਼ਨ ਹੈ, ਫਾਰਮੂਲਾ ਕੀ ਹੁੰਦਾ ਹੈ? ਐਕਸਲ ਵਿੱਚ ਇੱਕ ਨਵਾਂ ਫਾਰਮੂਲਾ ਬਣਾਉਣ ਦੇ ਪੜਾਅ ਲਿਖੋ। ਸੋ ਐਕਸਲ ਵਿੱਚ ਫਾਰਮੂਲੇ ਨੂਮੈਰੀਕਲ ਸੂਚਨਾ ਦੀ ਗਣਨਾ ਕਰਨ ਲਈ ਵਰਤੇ ਜਾਂਦੇ ਹਨ। ਸੋ ਫਾਰਮੂਲਾ ਬਰਾਬਰ ਹੈ ਦੇ ਚਿੰਨ੍ਹ ਤੋਂ ਸ਼ੁਰੂ ਹੁੰਦਾ ਹੈ। ਫਾਰਮੂਲੇ ਵਿੱਚ ਸੈੱਲ ਰੈਫਰੈਂਸ ਜਾਂ ਮੁੱਲਾਂ ਨੂੰ ਸਿੱਧਾ ਹੀ ਵਰਤ ਕੇ ਗਣਨਾ ਕੀਤੀ ਜਾ ਸਕਦੀ ਹੈ। ਸੋ ਫਾਰਮੂਲੇ ਵਿੱਚ ਸਟੈਂਡਰਡ ਆਪਰੇਟਰ ਪਲੱਸ, ਮਾਈਨਸ, ਐਸਟਰਿਕ, ਫਾਰਵਰਡ ਸਲੈਸ਼ ਜਾਂ ਕੈਰਟ ਆਪਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਐਕਸਲ ਵਿੱਚ ਨਵਾਂ ਫਾਰਮੂਲਾ ਦਾਖਲ ਕਰਨ ਦੇ ਸਟੈਪਸ ਬਾਰੇ ਜਾਣ ਲੈਂਦੇ ਹਾਂ। ਸੋ ਜਿਸ ਸੈੱਲ ਵਿੱਚ ਉੱਤਰ ਚਾਹੀਦਾ ਹੈ ਉਹ ਸੈੱਲ ਨੂੰ ਸਿਲੈਕਟ ਕਰੋ। ਉਦਾਹਰਨ ਦੇ ਲਈ A3 ਵਿੱਚ A3 ਨੂੰ ਸਿਲੈਕਟ ਕਰੋ, ਕਿਉਂਕਿ ਜਿਸ ਵਿੱਚ ਅਸੀਂ ਜੋੜ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਬਰਾਬਰ ਦਾ ਚਿੰਨ੍ਹ ਟਾਈਪ ਕਰਕੇ ਜ਼ਰੂਰਤ ਅਨੁਸਾਰ ਫਾਰਮੂਲਾ ਟਾਈਪ ਕਰੋ। ਉਦਾਹਰਨ ਲਈ ਬਰਾਬਰ A1 ਪਲੱਸ A2। ਤੇ A1 A2 ਸੈੱਲਾਂ ਵਿੱਚ ਜੋ ਡਾਟਾ ਹੈ ਉਸਦਾ ਅਸੀਂ ਜੋੜ A3 ਸੈੱਲ ਵਿੱਚ ਲੈਣਾ ਚਾਹੁੰਦੇ ਹਾਂ। ਤੇ ਐਂਟਰ ਕੀ ਦਬਾਓਗੇ ਤੇ ਦੋਵਾਂ ਨੰਬਰਾਂ ਦਾ ਜੋੜ A3 ਸੈੱਲ ਵਿੱਚ ਆ ਜਾਏਗਾ। ਅੱਗੇ ਸਾਡੇ ਕੋਲ ਫੰਕਸ਼ਨ ਕੀ ਹੁੰਦਾ ਹੈ? ਐਕਸਲ ਵਿੱਚ ਇੱਕ ਬੇਸਿਕ ਫੰਕਸ਼ਨ ਬਣਾਉਣ ਦੇ ਪੜਾਅ ਲਿਖੋ। ਸੋ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲੇ ਹੁੰਦੇ ਹਨ। ਇਹਨਾਂ ਦੀ ਵਰਤੋਂ ਐਕਸਲ ਵਿੱਚ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ। ਹਰੇਕ ਫੰਕਸ਼ਨ ਨੂੰ ਵਰਤਣ ਦਾ ਇੱਕ ਖਾਸ ਕ੍ਰਮ ਹੁੰਦਾ ਹੈ, ਜਿਸ ਨੂੰ ਫੰਕਸ਼ਨ ਦਾ ਸਿੰਟੈਕਸ ਕਿਹਾ ਜਾਂਦਾ ਹੈ। ਫੰਕਸ਼ਨ ਬਰਾਬਰ ਦੇ ਚਿੰਨ੍ਹ ਤੋਂ ਸ਼ੁਰੂ ਹੁੰਦਾ ਹੈ। ਹੁਣ ਅੱਗੇ ਅਸੀਂ ਐਕਸਲ ਵਿੱਚ ਫੰਕਸ਼ਨ ਬਣਾਉਣ ਦੇ ਜਿਹੜੇ ਸਟੈਪਸ ਉਸ ਬਾਰੇ ਜਾਣਾਂਗੇ। ਜਿਸ ਸੈੱਲ ਵਿੱਚ ਉੱਤਰ ਜਾਂ ਜੋੜ ਕਰਨਾ ਚਾਹੁੰਦੇ ਹੋ ਉਹ ਸੈੱਲ ਨੂੰ ਸਿਲੈਕਟ ਕਰੋ। ਉਦਾਹਰਨ ਲਈ ਜਿਵੇਂ ਤੁਸੀਂ ਇਸ ਵਰਕਸ਼ੀਟ ਵਿੱਚ ਦੇਖ ਪਾ ਰਹੇ ਹੋ, ਅਸੀਂ A3 ਸੈੱਲ ਨੂੰ ਸਿਲੈਕਟ ਕੀਤਾ ਹੋਇਆ। ਸੋ ਬਰਾਬਰ ਦਾ ਚਿੰਨ੍ਹ ਟਾਈਪ ਕਰਕੇ ਜ਼ਰੂਰਤ ਅਨੁਸਾਰ ਫੰਕਸ਼ਨ ਟਾਈਪ ਕਰੋ। ਉਦਾਹਰਨ ਲਈ ਜਿਵੇਂ ਅਸੀਂ ਇਸ ਵਿੱਚ ਫੰਕਸ਼ਨ ਟਾਈਪ ਕੀਤਾ ਹੈ ਬਰਾਬਰ ਸਮ A1 ਕੋਲਨ A2। ਕੋਲਨ A1 ਤੋਂ A2 ਦੀ ਰੇਂਜ ਤੱਕ ਜਿਹੜਾ ਨੰਬਰ ਹੈ ਉਹਨਾਂ ਦਾ ਜੋੜ ਕਰ ਦੇਗਾ। ਸੋ ਇਸ ਫਾਰਮੂਲੇ ਦਾਖਲ ਕਰਨ ਤੋਂ ਬਾਅਦ ਐਂਟਰ ਕੀ ਦਬਾਓ, ਕਿਸ ਤਰ੍ਹਾਂ ਨਾਲ ਤੁਹਾਡਾ ਜਿਹੜਾ ਫਾਰਮੂਲਾ ਹੈ ਉਹ ਲਾਗੂ ਹੋ ਜਾਵੇਗਾ। ਅੱਗੇ ਸਾਡੇ ਕੋਲ ਦੂਸਰੇ ਪਾਰਟ ਦੀਆਂ ਖਾਲੀ ਥਾਵਾਂ ਨੇ। ਪਹਿਲੀ ਖਾਲੀ ਥਾਂ ਹੈ ਡੈਸ਼ ਦੇ ਅੰਦਰ ਚਾਰਟ ਵਿੰਡੋ ਦਾ ਸਭ ਕੁਝ ਸ਼ਾਮਲ ਹੁੰਦਾ ਹੈ। ਤੇ ਸਾਡੇ ਕੋਲ ਇਸਦੇ ਆਪਸ਼ਨ ਹੈ ਡਾਟਾ ਮਾਰਕਰ। ਡਾਟਾ ਮਾਰਕਰ ਤੋਂ ਬਾਅਦ ਦੂਸਰਾ ਆਪਸ਼ਨ ਹੈ ਐਕਸਿਸ, ਤੀਸਰਾ ਚਾਰਟ ਏਰੀਆ ਤੇ ਚੌਥਾ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਚਾਰਟ ਏਰੀਆ ਦੇ ਅੰਦਰ ਚਾਰਟ ਵਿੰਡੋ ਦਾ ਸਭ ਕੁਝ ਸ਼ਾਮਲ ਹੁੰਦਾ ਹੈ। ਦੂਸਰੀ ਖਾਲੀ ਥਾਂ ਹੈ ਡੈਸ਼ ਵਿਸ਼ੇਸ਼ਤਾ ਤੁਹਾਨੂੰ ਕੁਝ ਖਾਸ ਨਿਯਮ ਬਣਾਉਣ ਦੀ ਆਗਿਆ ਦਿੰਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਡਾਟਾ ਵੈਲੀਡੇਸ਼ਨ, ਪਾਈਵਟ ਟੇਬਲ, ਚਾਰਟ, ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਡਾਟਾ ਵੈਲੀਡੇਸ਼ਨ ਵਿਸ਼ੇਸ਼ਤਾ ਤੁਹਾਨੂੰ ਕੁਝ ਖਾਸ ਨਿਯਮ ਬਣਾਉਣ ਦੀ ਆਗਿਆ ਦਿੰਦੀ ਹੈ। ਤੀਸਰੀ ਖਾਲੀ ਥਾਂ ਹੈ ਤੁਸੀਂ ਵਰਕਸ਼ੀਟ ਦੀ ਵਿੰਡੋ ਨੂੰ ਡੈਸ਼ ਕਰਕੇ ਦੋ ਵੱਖਰੇ ਪੈਨਾਂ ਵਿੱਚ ਵੰਡ ਸਕਦੇ ਹੋ। ਸਾਡੇ ਕੋਲ ਇਹਦੇ ਆਪਸ਼ਨ ਹੈ ਹਾਈਡ, ਸਪਲਿਟ, ਅਰੇਂਜ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਤੁਸੀਂ ਵਰਕਸ਼ੀਟ ਦੀ ਵਿੰਡੋ ਨੂੰ ਸਪਲਿਟ ਕਰਕੇ ਦੋ ਵੱਖਰੇ ਪੈਨਾਂ ਵਿੱਚ ਵੰਡ ਸਕਦੇ ਹੋ। ਚੌਥੀ ਖਾਲੀ ਥਾਂ ਹੈ ਡੈਸ਼ ਦੀ ਮਦਦ ਕਰਕੇ ਤੁਸੀਂ ਸਕਰੋਲ ਕਰਦੇ ਹੋਏ ਰੋ ਅਤੇ ਕਾਲਮ ਨੂੰ ਦੇਖ ਸਕਦੇ ਹੋ। ਸਾਡੇ ਕੋਲ ਇਹਦੇ ਆਪਸ਼ਨ ਹੈ ਹਾਈਡ, ਸਪਲਿਟ, ਅਰੇਂਜ ਜਾਂ ਫਰੀਜ਼ ਪੈਨ। ਸਾਡੇ ਕੋਲ ਸਹੀ ਉੱਤਰ ਹੈ ਫਰੀਜ਼ ਪੈਨ ਦੀ ਮਦਦ ਕਰਕੇ ਤੁਸੀਂ ਸਕਰੋਲ ਕਰਦੇ ਹੋਏ ਰੋ ਅਤੇ ਕਾਲਮ ਨੂੰ ਵੇਖ ਸਕਦੇ ਹੋ। ਅੱਗੇ ਸਾਡੇ ਕੋਲ ਪੰਜਵੀਂ ਖਾਲੀ ਥਾਂ ਹੈ ਡੈਸ਼ ਰਾਹੀਂ ਡਾਟਾ ਨੂੰ ਗ੍ਰਾਫਿਕਲ ਰੂਪ ਵਿੱਚ ਦਿਖਾਇਆ ਜਾ ਸਕਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਫਾਰਮੂਲਾ, ਫੰਕਸ਼ਨ, ਫਿਲਟਰ ਜਾਂ ਚਾਰਟ। ਸਾਡੇ ਕੋਲ ਦਾ ਸਹੀ ਉੱਤਰ ਹੈ ਚਾਰਟ ਰਾਹੀਂ ਡਾਟਾ ਨੂੰ ਗ੍ਰਾਫਿਕਲੀ ਦਿਖਾਇਆ ਜਾ ਸਕਦਾ ਹੈ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ ਐਕਸਲ ਵਿੱਚ ਡਾਟਾ ਟੂਲ ਕੀ ਹਨ? ਸੋ ਐਕਸਲ ਵਿੱਚ ਡਾਟਾ ਟੂਲ ਸਧਾਰਨ ਟੂਲ ਹਨ ਜਿਨ੍ਹਾਂ ਦੀ ਵਰਤੋਂ ਨਾਲ ਡਾਟਾ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਇਹਨਾਂ ਵਿੱਚੋਂ ਕੁਝ ਦੀ ਵਰਤੋਂ ਡਾਟਾ ਨੂੰ ਜੋੜਨ ਵਿੱਚ ਅਤੇ ਹੋਰ ਗੁੰਝਲਦਾਰ ਗਣਨਾਵਾਂ ਕਰਨ ਲਈ ਲੱਗੇ ਸਮੇਂ ਵਿੱਚ ਬਚਤ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਦੂਸਰਾ ਸਾਡੇ ਕੋਲ ਪ੍ਰਸ਼ਨ ਹੈ ਚਾਰਟ ਦੇ ਕੋਈ 5 ਐਲੀਮੈਂਟ ਜਾਂ ਤੱਤ ਦੇ ਨਾਂ ਲਿਖੋ। ਜਿਸ ਵਿੱਚ ਸਾਡੇ ਕੋਲ ਚਾਰਟ ਦੇ ਕਈ ਤੱਤ ਹੁੰਦੇ ਹਨ, ਜਿਸ ਵਿੱਚ ਪਹਿਲਾ ਹੈ ਚਾਰਟ ਏਰੀਆ, ਦੂਸਰਾ ਡਾਟਾ ਸੀਰੀਜ਼, ਤੀਸਰਾ ਐਕਸਿਸ, ਚੌਥਾ ਪਲੋਟ ਏਰੀਆ, ਪੰਜਵਾਂ ਗ੍ਰਿਡ ਲਾਈਨਸ, ਛੇਵਾਂ ਲੈਜੈਂਡ। ਤੀਸਰਾ ਪ੍ਰਸ਼ਨ ਹੈ ਐਕਸਲ ਵਿੱਚ ਪ੍ਰੋਟੈਕਸ਼ਨ ਤੋਂ ਕੀ ਭਾਵ ਹੈ? ਸੋ ਪ੍ਰੋਟੈਕਸ਼ਨ ਤੋਂ ਭਾਵ ਹੈ ਆਪਣੇ ਡਾਟਾ ਨੂੰ ਕਿਸੇ ਅਣਅਧਿਕਾਰਿਤ ਵਿਅਕਤੀ ਵੱਲੋਂ ਗਲਤ ਵਰਤੋਂ ਕਰਨ ਤੋਂ ਬਚਾਉਣਾ। ਸੋ ਐਕਸਲ ਵਿੱਚ ਵੀ ਅਸੀਂ ਆਪਣੇ ਡਾਟੇ ਨੂੰ ਛੇੜਖਾਨੀ ਤੋਂ ਬਚਾਉਣ ਲਈ ਵਰਕਸ਼ੀਟ ਨੂੰ ਪ੍ਰੋਟੈਕਟ ਕਰਕੇ ਰੱਖ ਸਕਦੇ ਹਾਂ।
ਸੋ ਐਕਸਲ ਵਿੱਚ ਵਰਕਸ਼ੀਟ ਨੂੰ ਪ੍ਰੋਟੈਕਟ ਕਰਨ ਲਈ ਰਿਵਿਊ ਟੈਬ ਵਿੱਚ ਪ੍ਰੋਟੈਕਟ ਸ਼ੀਟ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਸਪਲਿਟ ਤੋਂ ਕੀ ਭਾਵ ਹੈ? ਸੋ ਐਕਸਲ ਵਿੱਚ ਸਪਲਿਟ ਕਰਨ ਤੋਂ ਭਾਵ ਹੈ ਕਿ ਜੇਕਰ ਕਿਸੇ ਵਰਕਸ਼ੀਟ ਵਿੱਚ ਡਾਟਾ ਇੱਕ ਸਕਰੀਨ ਤੋਂ ਵੱਡਾ ਹੋਵੇ ਤਾਂ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਉਸ ਨੂੰ ਵੱਖਰੇ ਵੱਖਰੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸੋ ਐਕਸਲ ਵਿੱਚ ਅਸੀਂ ਆਪਣੀ ਵਰਕਸ਼ੀਟ ਵਿੱਚ ਦਾਖਲ ਡਾਟੇ ਨੂੰ ਜ਼ਰੂਰਤ ਅਨੁਸਾਰ ਸਪਲਿਟ ਕਰ ਸਕਦੇ ਹਾਂ। ਅੱਗੇ ਪੰਜਵਾਂ ਪ੍ਰਸ਼ਨ ਹੈ, ਵਰਕਸ਼ੀਟ ਨੂੰ ਫਰੀਜ਼ ਕਰਨ ਤੋਂ ਕੀ ਭਾਵ ਹੈ? ਸੋ ਵਰਕਸ਼ੀਟ ਨੂੰ ਫਰੀਜ਼ ਕਰਨ ਤੋਂ ਭਾਵ ਹੈ ਕਿ ਕਿਸੇ ਆਬਜੈਕਟ ਜਾਂ ਰੋ ਜਾਂ ਕਾਲਮ ਨੂੰ ਸਥਿਰ ਕਰਨਾ। ਸੋ ਅਸੀਂ ਆਪਣੀ ਐਕਸਲ ਦੀ ਵਰਕਸ਼ੀਟ ਵਿੱਚ ਕਿਸੇ ਰੋ ਜਾਂ ਕਾਲਮ ਨੂੰ ਸਥਿਰ ਕਰ ਸਕਦੇ ਹਾਂ ਤਾਂ ਜੋ ਵਰਕਸ਼ੀਟ ਨੂੰ ਸਕਰੋਲ ਕਰਦੇ ਸਮੇਂ ਇਹ ਫਿਕਸ ਰਹਿਣ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਵਿੱਚ ਪਹਿਲਾ ਪ੍ਰਸ਼ਨ ਹੈ, ਚਾਰਟ ਕੀ ਹੁੰਦਾ ਹੈ? ਐਕਸਲ ਵਿੱਚ ਚਾਰਟ ਨੂੰ ਬਣਾਉਣ ਦੇ ਪੜਾਅ ਲਿਖੋ। ਸੋ ਐਕਸਲ ਵਿੱਚ ਚਾਰਟ ਇੱਕ ਅਜਿਹਾ ਟੂਲ ਹੈ ਜਿਸ ਨਾਲ ਡਾਟਾ ਨੂੰ ਗ੍ਰਾਫਿਕਲ ਰੂਪ ਵਿੱਚ ਦਿਖਾਇਆ ਜਾ ਸਕਦਾ ਹੈ। ਚਾਰਟ ਡਾਟਾ ਨੂੰ ਪ੍ਰਭਾਵਸ਼ਾਲੀ ਰੂਪ ਵਿੱਚ ਦਰਸਾਉਣ ਵਿੱਚ ਸਾਡੀ ਮਦਦ ਕਰਦਾ ਹੈ। ਨੰਬਰਾਂ ਵਿੱਚ ਤੁਲਨਾ ਦਿਖਾਉਣ ਲਈ ਜਾਂ ਮੁੱਲਾਂ ਵਿੱਚ ਰੁਝਾਨ ਦਰਸਾਉਣ ਲਈ ਚਾਰਟ ਸਭ ਤੋਂ ਉੱਤਮ ਤਰੀਕਾ ਹੈ। ਐਕਸਲ ਵਿੱਚ ਅਸੀਂ ਕਈ ਕਿਸਮਾਂ ਦੇ ਚਾਰਟ ਬਣਾ ਸਕਦੇ ਹਾਂ। ਤਾਂ ਅੱਗੇ ਅਸੀਂ ਹੁਣ ਚਾਰਟ ਬਣਾਉਣ ਦੇ ਜਿਹੜੇ ਸਟੈਪਸ ਆ ਜਾਣ ਲੈਂਦੇ ਹਾਂ। ਉਹਨਾਂ ਸੈੱਲਾਂ ਦੀ ਰੇਂਜ ਸਿਲੈਕਟ ਕਰੋ ਜਿਨ੍ਹਾਂ ਲਈ ਤੁਸੀਂ ਚਾਰਟ ਤਿਆਰ ਕਰਨਾ ਚਾਹੁੰਦੇ ਹੋ। ਇਨਸਰਟ ਟੈਬ 'ਤੇ ਕਲਿੱਕ ਕਰੋ। ਚਾਰਟ ਗਰੁੱਪ ਵਿੱਚੋਂ ਜ਼ਰੂਰਤ ਅਨੁਸਾਰ ਢੁਕਵੀਂ ਚਾਰਟ ਦੀ ਕਿਸਮ 'ਤੇ ਕਲਿੱਕ ਕਰੋ। ਇਸ ਤਰ੍ਹਾਂ ਐਕਸਲ ਸ਼ੀਟ ਵਿੱਚ ਇੱਕ ਨਵਾਂ ਚਾਰਟ ਤਿਆਰ ਹੋ ਜਾਵੇਗਾ। ਦੂਸਰਾ ਪ੍ਰਸ਼ਨ ਹੈ, ਡਾਟਾ ਵੈਲੀਡੇਸ਼ਨ ਕੀ ਹੁੰਦੀ ਹੈ? ਡਾਟਾ ਵੈਲੀਡੇਸ਼ਨ ਨਿਯਮ ਕਿਵੇਂ ਬਣਾਇਆ ਜਾਂਦਾ ਹੈ? ਸੋ ਡਾਟਾ ਵੈਲੀਡੇਸ਼ਨ ਐਕਸਲ ਵਿੱਚ ਵਰਤਿਆ ਜਾਣ ਵਾਲਾ ਇੱਕ ਮਹੱਤਵਪੂਰਨ ਡਾਟਾ ਟੂਲ ਹੈ। ਇਹ ਆਪਸ਼ਨ ਐਕਸਲ ਦੇ ਡਾਟਾ ਟੈਬ ਵਿੱਚ ਮੌਜੂਦ ਹੁੰਦੀ ਹੈ। ਡਾਟਾ ਵੈਲੀਡੇਸ਼ਨ ਵਿਸ਼ੇਸ਼ਤਾ ਰਾਹੀਂ ਅਸੀਂ ਸੈੱਲ ਵਿੱਚ ਐਂਟਰ ਕੀਤੇ ਜਾਣ ਵਾਲੇ ਡਾਟਾ ਸੰਬੰਧੀ ਨਿਯਮ ਨਿਰਧਾਰਿਤ ਕਰਦੇ ਹਾਂ। ਡਾਟਾ ਵੈਲੀਡੇਸ਼ਨ ਨਿਯਮ ਇਹ ਪਰਿਭਾਸ਼ਿਤ ਕਰਦੇ ਹਨ ਕਿ ਸੈੱਲ ਵਿੱਚ ਕੀ ਦਾਖਲ ਕੀਤਾ ਜਾ ਸਕਦਾ ਹੈ। ਜੇਕਰ ਸੈੱਲ ਵਿੱਚ ਟਾਈਪ ਕੀਤਾ ਡਾਟਾ ਨਿਯਮਾਂ ਦੇ ਅਨੁਸਾਰ ਨਾ ਹੋਵੇ ਤਾਂ ਇਹ ਸਾਨੂੰ ਗਲਤੀ ਵਾਲਾ ਸੰਦੇਸ਼ ਦਰਸਾਉਂਦਾ ਰਹੇਗਾ। ਡਾਟਾ ਵੈਲੀਡੇਸ਼ਨ ਨਿਯਮ ਬਣਾਉਣ ਦੇ ਸਾਡੇ ਕੋਲ ਜਿਹੜੇ ਸਟੈਪਸ ਹੈ, ਜਿਸ ਵਿੱਚ ਪਹਿਲਾ ਹੈ, ਉਹਨਾਂ ਸੈੱਲਾਂ ਦੀ ਰੇਂਜ ਸਿਲੈਕਟ ਕਰੋ ਜਿਨ੍ਹਾਂ ਉੱਪਰ ਡਾਟਾ ਵੈਲੀਡੇਸ਼ਨ ਦੇ ਨਿਯਮ ਲਾਗੂ ਕਰਨਾ ਚਾਹੁੰਦੇ ਹੋ। ਉਸ ਤੋਂ ਬਾਅਦ ਡਾਟਾ ਟੈਬ 'ਤੇ ਕਲਿੱਕ ਕਰੋ। ਡਾਟਾ ਵੈਲੀਡੇਸ਼ਨ ਡਰੋਪ ਡਾਊਨ ਮੈਨੂ 'ਤੇ ਕਲਿੱਕ ਕਰੋ। ਡਾਟਾ ਵੈਲੀਡੇਸ਼ਨ ਆਪਸ਼ਨ 'ਤੇ ਕਲਿੱਕ ਕਰੋ। ਡਾਟਾ ਵੈਲੀਡੇਸ਼ਨ ਦੇ ਸੈਟਿੰਗ ਟੈਬ ਵਿੱਚ ਵੈਲੀਡੇਸ਼ਨ ਕ੍ਰਾਈਟੇਰੀਆ ਵਿੱਚ ਜ਼ਰੂਰਤ ਅਨੁਸਾਰ ਨਿਯਮ ਲਾਗੂ ਕਰੋ। ਨਿਯਮ ਲਾਗੂ ਕਰਨ ਤੋਂ ਬਾਅਦ ਓਕੇ ਬਟਨ 'ਤੇ ਕਲਿੱਕ ਕਰੋ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਪ੍ਰੋਟੈਕਸ਼ਨ ਕੀ ਹੁੰਦੀ ਹੈ? ਕਿਸੇ ਵਰਕਸ਼ੀਟ ਨੂੰ ਪ੍ਰੋਟੈਕਟ ਕਰਨ ਦੇ ਪੜਾਅ ਲਿਖੋ। ਸੋ ਪ੍ਰੋਟੈਕਸ਼ਨ ਤੋਂ ਭਾਵ ਹੈ ਆਪਣੇ ਡਾਟਾ ਨੂੰ ਕਿਸੇ ਅਣਅਧਿਕਾਰਤ ਵਿਅਕਤੀ ਵੱਲੋਂ ਗਲਤ ਵਰਤੋਂ ਕਰਨ ਤੋਂ ਬਚਾਉਣਾ। ਸੋ ਐਕਸਲ ਵਿੱਚ ਵੀ ਅਸੀਂ ਆਪਣੇ ਡਾਟਾ ਨੂੰ ਛੇੜਖਾਨੀ ਤੋਂ ਬਚਾਉਣ ਲਈ ਵਰਕਸ਼ੀਟ ਨੂੰ ਪ੍ਰੋਟੈਕਟ ਜਾਂ ਸੁਰੱਖਿਅਤ ਕਰਕੇ ਰੱਖ ਸਕਦੇ ਹਾਂ। ਐਕਸਲ ਵਿੱਚ ਵਰਕਸ਼ੀਟ ਨੂੰ ਪ੍ਰੋਟੈਕਟ ਕਰਨ ਲਈ ਰਿਵਿਊ ਟੈਬ ਵਿੱਚ ਪ੍ਰੋਟੈਕਟ ਸ਼ੀਟ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਵਰਕਸ਼ੀਟ ਨੂੰ ਪ੍ਰੋਟੈਕਟ ਕਰਨ ਦੇ ਸਾਡੇ ਕੋਲ ਜਿਹੜੇ ਸਟੈਪਸ ਹੈ, ਪਹਿਲਾ ਰਿਵਿਊ ਟੈਬ 'ਤੇ ਕਲਿੱਕ ਕਰੋ। ਪ੍ਰੋਟੈਕਟ ਸ਼ੀਟ 'ਤੇ ਕਲਿੱਕ ਕਰੋ। ਪਾਸਵਰਡ ਦਾਖਲ ਕਰੋ। ਓਕੇ ਬਟਨ 'ਤੇ ਕਲਿੱਕ ਕਰੋ। ਇਸ ਤਰ੍ਹਾਂ ਦੇ ਨਾਲ ਤੁਹਾਡੀ ਜਿਹੜੀ ਵਰਕਸ਼ੀਟ ਆ ਉਹ ਪ੍ਰੋਟੈਕਟ ਹੋ ਜਾਵੇਗੀ। ਸੋ ਕਿ ਸਾਡੇ ਕੋਲ ਚੌਥਾ ਵੱਡਾ ਪ੍ਰਸ਼ਨ ਹੈ, ਵਰਕਸ਼ੀਟ ਵਿੱਚ ਕਾਲਮ ਨੂੰ ਹਾਈਡ ਕਰਨ ਦੇ ਸਟੈਪ ਦੱਸੋ। ਅਸੀਂ ਆਪਣੀ ਕਿਸੇ ਵੀ ਐਕਸਲ ਵਰਕਸ਼ੀਟ ਵਿੱਚ ਕਾਲਮ ਨੂੰ ਹਾਈਡ ਕਰ ਸਕਦੇ ਹਾਂ। ਵਰਕਸ਼ੀਟ ਵਿੱਚ ਕਾਲਮ ਨੂੰ ਹਾਈਡ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ। ਜਿਸ ਵੀ ਐਕਸਲ ਵਰਕਸ਼ੀਟ ਵਿੱਚ ਕਾਲਮ ਨੂੰ ਤੁਸੀਂ ਹਾਈਡ ਕਰਨਾ ਚਾਹੁੰਦੇ ਹੋ, ਉਸ ਕਾਲਮ ਨੂੰ ਸਿਲੈਕਟ ਕਰੋ। ਹੋਮ ਟੈਬ ਦੇ ਸੈੱਲ ਗਰੁੱਪ ਦੇ ਫਾਰਮੈਟ ਆਪਸ਼ਨ 'ਤੇ ਕਲਿੱਕ ਕਰੋ। ਉਸ ਤੋਂ ਬਾਅਦ ਵਿਜ਼ੀਬਿਲਟੀ ਆਪਸ਼ਨ ਦੇ ਅੰਦਰ ਹਾਈਡ ਅਤੇ ਅਨਹਾਈਡ ਵਿੱਚੋਂ ਹਾਈਡ ਕਾਲਮ ਆਪਸ਼ਨ ਦੀ ਚੋਣ ਕਰੋ। ਤੁਹਾਡੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਵੱਲੋਂ ਸਿਲੈਕਟ ਕੀਤਾ ਹੋਇਆ ਕਾਲਮ ਹਾਈਡ ਹੋ ਜਾਵੇਗਾ। ਅੱਗੇ ਸਾਡੇ ਕੋਲ ਹੁਣ ਤੀਸਰੇ ਪਾਰਟ ਦੀਆਂ ਖਾਲੀ ਥਾਵਾਂ ਨੇ, ਜਿਸ ਵਿੱਚ ਸਾਡੇ ਕੋਲ ਪਹਿਲੀ ਖਾਲੀ ਥਾਂ ਹੈ ਡੈਸ਼ 2 ਜਾਂ 2 ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਨੈਟਵਰਕ, ਇੰਟਰਨੈਟ, ਵਾਇਰਲੈਸ ਜਾਂ ਟੋਪੋਲੋਜੀ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਨੈਟਵਰਕ 2 ਜਾਂ 2 ਤੋਂ ਵੱਧ ਕੰਪਿਊਟਰ ਦਾ ਇਕੱਠ ਹੁੰਦਾ ਹੈ। ਅੱਗੇ ਸਾਡੇ ਕੋਲ ਦੂਸਰੀ ਖਾਲੀ ਥਾਂ ਹੈ ਡੈਸ਼ ਇੱਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈਟਵਰਕ ਵਿੱਚ ਸਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਰਵਰ, ਕਲਾਇੰਟ, ਨੋਡ, ਲੈਨ ਜਾਂ ਵੈਨ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਸਰਵਰ ਇੱਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈਟਵਰਕ ਵਿੱਚ ਸਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ। ਅੱਗੇ ਸਾਡੇ ਕੋਲ ਤੀਸਰੀ ਖਾਲੀ ਥਾਂ ਹੈ ਡੈਸ਼ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇੱਕ ਹਰੇ ਨੈਟਵਰਕ ਯੰਤਰ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਹੱਬ, ਬੱਸ, ਰਿੰਗ ਜਾਂ ਸਟਾਰ। ਸਾਡੇ ਕੋਲ ਸਹੀ ਉੱਤਰ ਹੈ ਹੱਬ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇੱਕ ਹਰੇ ਨੈਟਵਰਕ ਯੰਤਰ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਚੌਥੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਨੈਟਵਰਕ ਵਿੱਚ ਸਾਰੇ ਯੰਤਰ ਇੱਕੋ ਕੇਬਲ ਦੀ ਸਾਂਝ ਕਰਦੇ ਹਨ ਅਤੇ ਡਾਟਾ ਇੱਕੋ ਦਿਸ਼ਾ ਵਿੱਚ ਜਾਂਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਸਿੰਗਲ ਰਿੰਗ, ਡਿਊਲ ਰਿੰਗ, ਮੈਨ ਜਾਂ ਲੈਨ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਸਿੰਗਲ ਰਿੰਗ ਨੈਟਵਰਕ ਵਿੱਚ ਸਾਰੇ ਯੰਤਰ ਇੱਕੋ ਕੇਬਲ ਦੀ ਸਾਂਝ ਕਰਦੇ ਹਨ ਅਤੇ ਡਾਟਾ ਇੱਕੋ ਦਿਸ਼ਾ ਵਿੱਚ ਜਾਂਦਾ ਹੈ।
ਪੰਜਵੀਂ ਸਾਡੇ ਕੋਲ ਖਾਲੀ ਥਾਂ ਹੈ। ਡੈ ਸੂਚਨਾ ਨੂੰ ਬਣਾ ਕੇ ਅੱਗੇ ਭੇਜਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਪ੍ਰੋਟੋਕੋਲ, ਰਿਸੀਵਰ, ਸੈਂਡਰ ਜਾਂ ਹੱਬ। तो साढ़े को सही उत्तर है सैंडर, सूचना ਨੂੰ ਬਣਾ ਕੇ ਅੱਗੇ ਭੇਜਦਾ ਹੈ। ਅੱਗੇ ਸਾਡੇ ਕੋਲ ਹੈ ਤੀਸਰੇ ਪਾਰਟ ਦੇ ਸਹੀ ਗਲਤ। ਪਹਿਲਾ ਹੈ ਲੈਨ ਇੱਕ ਬਹੁਤ ਵੱਡੇ ਭੂਗੋਲਿਕ ਖੇਤਰ ਵਿੱਚ ਫੈਲਿਆ ਹੁੰਦਾ ਹੈ, ਗਲਤ। ਦੂਸਰਾ ਹੈ ਫੁੱਲ ਡੁਪਲੈਕਸ ਵਿੱਚ ਸੂਚਨਾ ਦੋਹਾਂ ਦਿਸ਼ਾਵਾਂ ਵਿੱਚ ਭੇਜੀ ਜਾਂਦੀ ਹੈ, ਸਹੀ। ਤੀਸਰਾ ਹੈ ਪ੍ਰੋਟੋਕੋਲ ਡਾਟਾ ਸੰਚਾਰ ਦੇ ਸਮੇਂ ਵਰਤੇ ਜਾਣ ਦੇ ਨਿਯਮ ਹੁੰਦੇ ਹਨ, ਸਹੀ। ਚੌਥਾ ਹੈ ਨੈਟਵਰਕ ਸਾਨੂੰ ਸਿਕਿਉਰਿਟੀ ਪ੍ਰਦਾਨ ਕਰਦਾ ਹੈ, ਗਲਤ। ਪੰਜਵਾਂ ਹੈ ਕੰਪਿਊਟਰਾਂ ਦੀ ਗਿਣਤੀ ਵਧਣ 'ਤੇ ਨੈਟਵਰਕ ਦੀ ਕੰਮ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ, ਸਹੀ। ਅੱਗੇ ਸਾਡੇ ਕੋਲ ਛੋਟੇ ਉੱਤਰ ਦੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕੋਈ 4 ਨੈਟਵਰਕ ਟੋਪੋਲੋਜੀ ਦਾ ਨਾਮ ਲਿਖੋ। ਸੋ 4 ਨੈਟਵਰਕ ਟੋਪੋਲੋਜੀ ਵਿੱਚ ਸਾਡੇ ਕੋਲ ਪਹਿਲੀ ਹੈ ਰਿੰਗ ਟੋਪੋਲੋਜੀ, ਦੂਸਰੀ ਬਸ ਟੋਪੋਲੋਜੀ, ਤੀਸਰੀ ਸਟਾਰ ਟੋਪੋਲੋਜੀ, ਚੌਥੀ ਟਰੀ ਟੋਪੋਲੋਜੀ ਅਤੇ ਪੰਜਵੀਂ ਹਾਈਬ੍ਰਿਡ ਟੋਪੋਲੋਜੀ। ਉਸ ਤੋਂ ਬਾਅਦ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਸਟਾਰ ਟੋਪੋਲੋਜੀ ਕੀ ਹੈ। ਸੋ ਇਸ ਤਰ੍ਹਾਂ ਦੀ ਟੋਪੋਲੋਜੀ ਵਿੱਚ ਸਾਰੇ ਕੰਪਿਊਟਰ ਕੇਂਦਰੀ ਯੰਤਰ, ਜਿਸ ਨੂੰ ਹੱਬ ਕਹਿੰਦੇ ਹਨ, ਨਾਲ ਜੁੜੇ ਹੁੰਦੇ ਹਨ। ਹੱਬ ਇੱਕ ਕੇਂਦਰੀ ਨੋਡ ਹੁੰਦੀ ਹੈ ਜਿਸ ਨਾਲ ਸਾਰੇ ਕੰਪਿਊਟਰ ਜੁੜੇ ਹੁੰਦੇ ਹਨ। ਸਟਾਰ ਟੋਪੋਲੋਜੀ ਵਿੱਚ ਸਾਰੇ ਕੰਪਿਊਟਰ ਹੱਬ ਰਾਹੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਇਸ ਵਿੱਚ ਹੱਬ ਅਤੇ ਕੰਪਿਊਟਰ ਵਿਚਲੀ ਦੂਰੀ ਘੱਟ ਤੋਂ ਘੱਟ 100 ਮੀਟਰ ਹੁੰਦੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਰਾਊਟਰ ਕੀ ਹੁੰਦਾ ਹੈ। ਰਾਊਟਰ ਇੱਕ ਹਾਰਡਵੇਅਰ ਯੰਤਰ ਹੈ ਜੋ ਕਿ ਡਾਟੇ ਨੂੰ ਪ੍ਰਾਪਤ ਕਰਦਾ ਹੈ, ਉਸ ਦਾ ਨਿਰੀਖਣ ਕਰਦਾ ਹੈ ਅਤੇ ਉਸ ਡਾਟੇ ਨੂੰ ਹੀ ਉਸ ਹੀ ਨੈਟਵਰਕ ਵਿੱਚ ਜਾਂ ਹੋਰ ਨੈਟਵਰਕ ਵਿੱਚ ਅੱਗੇ ਭੇਜ ਦਿੰਦਾ ਹੈ। ਸੋ ਰਾਊਟਰ ਦੀ ਮਦਦ ਨਾਲ ਡਾਟੇ ਨੂੰ ਪੈਕਟ ਦੇ ਰੂਪ ਵਿੱਚ ਵੀ ਭੇਜਿਆ ਜਾਂਦਾ ਹੈ। ਅੱਗੇ ਸਾਡੇ ਕੋਲ ਅਗਲਾ ਪ੍ਰਸ਼ਨ ਹੈ ਹੱਬ ਕੀ ਹੁੰਦੀ ਹੈ। ਸੋ ਨੈਟਵਰਕਿੰਗ ਹੱਬ ਇੱਕ ਅਜਿਹਾ ਯੰਤਰ ਹੈ ਜੋ ਕਿ ਤੁਹਾਨੂੰ ਇੱਕ ਤੋਂ ਜ਼ਿਆਦਾ ਕੰਪਿਊਟਰਾਂ ਨੂੰ ਨੈਟਵਰਕ ਯੰਤਰ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਨੂੰ ਡੁਪਲੀਕੇਟ ਕਰਕੇ ਸਮੂਹ ਪੋਰਟਾਂ 'ਤੇ ਉਪਲਬਧ ਕਰਵਾਉਂਦਾ ਹੈ। ਹੱਬ ਆਪਣੇ ਨਾਲ ਜੁੜੇ ਹੋਏ ਸਾਰੇ ਯੰਤਰਾਂ ਦੇ ਵਿਚਕਾਰ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ। ਪੰਜਵਾਂ ਪ੍ਰਸ਼ਨ ਹੈ ਦੋ ਤਰ੍ਹਾਂ ਦੀ ਰਿੰਗ ਟੋਪੋਲੋਜੀਆਂ ਕਿਹੜੀਆਂ ਹਨ। ਸੋ ਸਾਡੇ ਕੋਲ ਦੋ ਤਰ੍ਹਾਂ ਦੀ ਰਿੰਗ ਟੋਪੋਲੋਜੀ ਹੈ। ਪਹਿਲੀ ਹੈ ਰਿੰਗ ਸਿੰਗਲ ਰਿੰਗ, ਦੂਸਰੀ ਡਿਊਲ ਰਿੰਗ। ਪਹਿਲਾਂ ਅਸੀਂ ਸਿੰਗਲ ਰਿੰਗ ਵਾਲੇ ਜਾਣ ਲੈਂਦੇ ਹਾਂ। ਸਿੰਗਲ ਰਿੰਗ ਨੈਟਵਰਕ ਵਿੱਚ ਕੰਪਿਊਟਰ ਨੈਟਵਰਕ ਰਾਹੀਂ ਇੱਕੋ ਕੇਬਲ ਦੀ ਸਾਂਝ ਕੀਤੀ ਜਾਂਦੀ ਹੈ ਅਤੇ ਡਾਟਾ ਇੱਕ ਹੀ ਦਿਸ਼ਾ ਵਿੱਚ ਜਾਂਦਾ ਹੈ। ਹਰੇਕ ਯੰਤਰ ਆਪਣੀ ਬਾਰੀ ਦੀ ਉਡੀਕ ਕਰਦਾ ਹੈ ਅਤੇ ਇਹ ਡਾਟਾ ਅੱਗੇ ਭੇਜਦਾ ਹੈ। ਜਦੋਂ ਤੱਕ ਡਾਟਾ ਆਪਣੀ ਜਗ੍ਹਾ 'ਤੇ ਨਹੀਂ ਪਹੁੰਚਦਾ ਉਦੋਂ ਤੱਕ ਕੋਈ ਦੂਜਾ ਯੰਤਰ ਡਾਟਾ ਨਹੀਂ ਭੇਜ ਸਕਦਾ। ਹੁਣ ਅਸੀਂ ਡਿਊਲ ਰਿੰਗ ਬਾਰੇ ਜਾਣਾਂਗੇ। ਇਹ ਟੋਪੋਲੋਜੀ ਵੱਖ-ਵੱਖ ਦਿਸ਼ਾ ਵਿੱਚ ਡਾਟਾ ਭੇਜਣ ਲਈ ਦੋ ਤਰ੍ਹਾਂ ਦੀ ਰਿੰਗ ਦੀ ਵਰਤੋਂ ਕਰਦੀ ਹੈ ਤਾਂ ਜੋ ਨੈਟਵਰਕ ਉੱਪਰ ਜ਼ਿਆਦਾ ਤੋਂ ਜ਼ਿਆਦਾ ਪੈਕਟ ਭੇਜੇ ਜਾ ਸਕਣ। ਅੱਗੇ ਸਾਡੇ ਕੋਲ ਹੁਣ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਨੈਟਵਰਕ ਕੀ ਹੁੰਦਾ ਹੈ। ਨੈਟਵਰਕ ਦੇ ਲਾਭ ਅਤੇ ਹਾਨੀਆਂ ਲਿਖੋ। ਸੋ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ਜੋ ਕਿ ਨੈਟਵਰਕ ਵਿੱਚ ਤਾਰਾਂ, ਟੈਲੀਫੋਨ ਲਾਈਨਾਂ, ਰੇਡੀਓ ਤਰੰਗਾਂ, ਸੈਟੇਲਾਈਟ ਜਾਂ ਇਨਫਰਾਰੈਡ ਦੀਆਂ ਤਰੰਗਾਂ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ ਤਾਂ ਜੋ ਫਾਈਲਾਂ ਦੀ ਅਦਲਾ ਬਦਲੀ, ਸਰੋਤਾਂ ਦੀ ਸਾਂਝ ਕੀਤੀ ਜਾ ਸਕੇ। ਸੋ ਨੈਟਵਰਕ ਰਾਹੀਂ ਕਈ ਯੂਜ਼ਰਾਂ ਵਿਚਕਾਰ ਸੌਫਟਵੇਅਰ ਅਤੇ ਹਾਰਡਵੇਅਰ ਸਰੋਤਾਂ ਦੀ ਸਾਂਝ ਕਰ ਸਕਦੇ ਹਾਂ। ਕੰਪਿਊਟਰ ਵਿੱਚ ਨੈਟਵਰਕ ਕਨੈਕਸ਼ਨ ਕੇਬਲ ਤਾਰਾਂ ਦੁਆਰਾ ਬਣਾਏ ਜਾਂਦੇ ਹਨ, ਪਰ ਰੇਡੀਓ ਸਿਗਨਲ ਰਾਹੀਂ ਟੈਲੀਫੋਨ ਜਾਂ ਟੈਲੀਫੋਨ ਤਾਰਾਂ ਜਾਂ ਹੋਰ ਲੰਮੀ ਦੂਰੀ ਵਾਲੇ ਸੈਟੇਲਾਈਟ ਲਿੰਕ ਰਾਹੀਂ ਵੀ ਨੈਟਵਰਕ ਕਨੈਕਸ਼ਨ ਬਣਾਏ ਜਾ ਸਕਦੇ ਹਨ। ਸੋ ਨੈਟਵਰਕ ਦੇ ਸਾਡੇ ਕੋਲ ਲਾਭ ਹੈ। ਪਹਿਲਾ, ਨੈਟਵਰਕ ਨਾਲ ਡਾਟਾ ਅਤੇ ਸੂਚਨਾ ਦੀ ਸਾਂਝ ਕੀਤੀ ਜਾ ਸਕਦੀ ਹੈ। ਦੂਸਰਾ, ਨੈਟਵਰਕ ਰਾਹੀਂ ਹਾਰਡਵੇਅਰ ਅਤੇ ਸੌਫਟਵੇਅਰ ਦੀ ਸਾਂਝ ਕੀਤੀ ਜਾ ਸਕਦੀ ਹੈ। ਤੀਸਰਾ, ਨੈਟਵਰਕ ਰਾਹੀਂ ਸੰਚਾਰ ਬਹੁਤ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ। ਨੈਟਵਰਕ ਰਾਹੀਂ ਫਾਈਲਾਂ ਦੀ ਵਰਤੋਂ ਅਤੇ ਸਾਂਝ ਤੇਜ਼ੀ ਨਾਲ ਹੁੰਦੀ ਹੈ। ਨੈਟਵਰਕ ਰਾਹੀਂ ਅਸੀਂ ਪ੍ਰਿੰਟਰ ਵਰਗੀਆਂ ਮਹਿੰਗੀਆਂ ਇਨਪੁੱਟ ਅਤੇ ਆਉਟਪੁੱਟ ਯੰਤਰਾਂ ਦੀ ਸਾਂਝ ਕਰਕੇ ਸਮੁੱਚੇ ਸਿਸਟਮ ਦੀ ਕੀਮਤ ਘਟਾ ਸਕਦੇ ਹਾਂ। ਨੈਟਵਰਕ ਬਹੁਤ ਸਾਰੇ ਸਰੋਤਾਂ ਨੂੰ ਵਰਤਣ ਦਾ ਭਰੋਸਾ ਦਿੰਦਾ ਹੈ। ਨੈਟਵਰਕ ਨਾਲ ਜੁੜੇ ਹੁੰਦੇ ਹੋਏ ਸਰਵਰ ਤੋਂ ਬੈਕਅਪ ਲੈਣਾ ਸੌਖਾ ਹੁੰਦਾ ਹੈ। ਨੈਟਵਰਕ ਸੁਰੱਖਿਆ ਵੀ ਮੁਹੱਈਆ ਕਰਾਉਂਦਾ ਹੈ। ਨੈਟਵਰਕ ਰਾਹੀਂ ਫਾਈਲਾਂ ਨੂੰ ਸ਼ੇਅਰ ਅਤੇ ਟ੍ਰਾਂਸਫਰ ਕਰਨਾ ਵੀ ਸੌਖਾ ਹੁੰਦਾ ਹੈ। ਅੱਗੇ ਹੁਣ ਅਸੀਂ ਨੈਟਵਰਕ ਦੀ ਹਾਨੀਆਂ ਬਾਰੇ ਜਾਣਾਂਗੇ। ਨੈਟਵਰਕ ਦੇ ਫੇਲ ਹੋ ਜਾਣ 'ਤੇ ਸਾਰੀਆਂ ਕੇਂਦਰੀ ਸੁਵਿਧਾਵਾਂ ਫੇਲ ਹੋ ਜਾਂਦੀਆਂ ਹਨ। ਨੈਟਵਰਕ ਦੀ ਮੈਨੇਜਮੈਂਟ ਕਰਨਾ ਔਖਾ ਕੰਮ ਹੈ। ਸਿਕਿਉਰਿਟੀ ਦਾ ਖਤਰਾ ਨੈਟਵਰਕ 'ਤੇ ਹਮੇਸ਼ਾ ਮੌਜੂਦ ਰਹਿੰਦਾ ਹੈ। ਨੈਟਵਰਕ 'ਤੇ ਡਾਟਾ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ। ਨੈਟਵਰਕ ਬਣਾਉਣਾ ਇੱਕ ਮਹਿੰਗਾ ਵਪਾਰ ਹੈ ਅਤੇ ਇਸ ਵਿੱਚ ਕੇਬਲ ਅਤੇ ਹਾਰਡਵੇਅਰ ਖਰੀਦਣੇ ਅਤੇ ਬਦਲਣੇ ਔਖੇ ਹੁੰਦੇ ਹਨ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਕੰਪਿਊਟਰ ਨੈਟਵਰਕ ਦੇ ਭਾਗਾਂ ਬਾਰੇ ਜਾਣਕਾਰੀ ਦਿਓ। ਸੋ ਕੰਪਿਊਟਰ ਨੈਟਵਰਕ ਦੇ ਕਈ ਭਾਗ ਹੁੰਦੇ ਹਨ। ਹਰੇਕ ਭਾਗ ਨੈਟਵਰਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੁੰਦਾ ਹੈ। ਕੰਪਿਊਟਰ ਨੈਟਵਰਕ ਦੇ ਵੱਖ-ਵੱਖ ਮੁੱਖ ਭਾਗਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ। ਪਹਿਲਾ ਹੈ ਕੰਪਿਊਟਰ। ਨੈਟਵਰਕ ਦਾ ਮੁੱਖ ਕੰਮ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨਾ ਹੁੰਦਾ ਹੈ। ਨੈਟਵਰਕ ਲਈ ਇਹ ਕੰਪਿਊਟਰ ਹੇਠ ਲਿਖੇ ਦੋ ਕਿਸਮ ਦੇ ਹੋ ਸਕਦੇ ਹਨ, ਜਿਸ ਵਿੱਚ ਪਹਿਲਾ ਹੈ ਕਲਾਇੰਟ ਜਾਂ ਨੋਡ। ਇਹ ਇੱਕ ਆਮ ਕੰਪਿਊਟਰ ਸਿਸਟਮ ਹੁੰਦਾ ਹੈ। ਇਹ ਨੈਟਵਰਕ ਵਿੱਚ ਸਰੋਤਾਂ ਦੀ ਸਾਂਝ ਕਰਨ ਲਈ ਇੱਕ ਨੈਟਵਰਕ ਵਿੱਚ ਜੁੜਿਆ ਹੁੰਦਾ ਹੈ। ਦੂਸਰਾ ਹੈ ਸਰਵਰ।
ਇਹ ਇੱਕ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ। ਇਹ ਨੈਟਵਰਕ ਵਿੱਚ ਸੂਚਨਾ ਜਾਂ ਸਰੋਤਾਂ ਦੀ ਸਾਂਝ ਕਰਨ ਵਿੱਚ ਮਦਦ ਕਰਦੇ ਹਨ। ਇਹ ਕੰਪਿਊਟਰ ਨੈਟਵਰਕ ਵਿੱਚ ਕਲਾਇੰਟ ਕੰਪਿਊਟਰਾਂ 'ਤੇ ਕੰਟਰੋਲ ਕਰਦਾ ਹੈ। ਦੂਸਰਾ ਹੈ ਨੈਟਵਰਕ ਇੰਟਰਫੇਸ ਕਾਰਡ। ਸੋ ਨੈਟਵਰਕ ਇੰਟਰਫੇਸ ਕਾਰਡ ਇੱਕ ਕੰਪਿਊਟਰ ਸਰਕਟ ਬੋਰਡ ਜਾਂ ਕਾਰਡ ਹੁੰਦਾ ਹੈ ਜੋ ਕਿ ਕੰਪਿਊਟਰ ਨੂੰ ਨੈਟਵਰਕ ਨਾਲ ਜੋੜਦਾ ਹੈ। ਹਰੇਕ ਕਲਾਇੰਟ ਅਤੇ ਸਰਵਰ ਕੰਪਿਊਟਰ ਵਿੱਚ ਇਹ ਮੌਜੂਦ ਹੁੰਦਾ ਹੈ। ਇਹ ਕਾਰਡ ਸਰਵਰ ਅਤੇ ਕਲਾਇੰਟ ਵਿੱਚ ਸੰਬੰਧ ਬਣਾਉਂਦਾ ਹੈ। ਸੋ ਨੈਟਵਰਕ ਇੰਟਰਫੇਸ ਕਾਰਡ ਦੋ ਤਰ੍ਹਾਂ ਦੇ ਹੁੰਦੇ ਹਨ, ਤਾਰ ਵਾਲਾ ਅਤੇ ਬਿਨਾਂ ਤਾਰ ਵਾਲਾ। ਤੀਸਰਾ ਹੈ ਹੱਬ ਜਾਂ ਸਵਿੱਚ। ਨੈਟਵਰਕਿੰਗ ਹੱਬ ਇੱਕ ਅਜਿਹਾ ਯੰਤਰ ਹੈ ਜੋ ਕਿ ਤੁਹਾਨੂੰ ਇੱਕ ਤੋਂ ਜ਼ਿਆਦਾ ਕੰਪਿਊਟਰਾਂ ਨੂੰ ਨੈਟਵਰਕ ਯੰਤਰ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਨੂੰ ਡੁਪਲੀਕੇਟ ਕਰਕੇ ਸਮੂਹ ਪੋਰਟਾਂ 'ਤੇ ਉਪਲਬਧ ਕਰਵਾਉਂਦਾ ਹੈ। ਹੱਬ ਆਪਣੇ ਨਾਲ ਜੁੜੇ ਹੋਏ ਸਾਰੇ ਯੰਤਰਾਂ ਦੇ ਵਿਚਕਾਰ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ। ਚੌਥਾ ਸਾਡੇ ਕੋਲ ਹੈ ਰਾਊਟਰ। ਰਾਊਟਰ ਇੱਕ ਹਾਰਡਵੇਅਰ ਯੰਤਰ ਹੈ ਜੋ ਕਿ ਡਾਟੇ ਨੂੰ ਪ੍ਰਾਪਤ ਕਰਦਾ ਹੈ, ਉਸ ਦਾ ਨਿਰੀਖਣ ਕਰਦਾ ਹੈ ਅਤੇ ਉਸ ਡਾਟੇ ਨੂੰ ਉਸੇ ਨੈਟਵਰਕ ਵਿੱਚ ਜਾਂ ਹੋਰ ਨੈਟਵਰਕ ਵਿੱਚ ਅੱਗੇ ਭੇਜ ਦਿੰਦਾ ਹੈ। ਸੋ ਰਾਊਟਰ ਦੀ ਮਦਦ ਨਾਲ ਡਾਟੇ ਨੂੰ ਪੈਕਟ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ। ਅੱਗੇ ਸਾਡੇ ਕੋਲ ਤੀਸਰਾ ਆਪਰੇਸ਼ਨ ਹੈ ਨੈਟਵਰਕ ਦੀਆਂ ਕਿਸਮਾਂ ਬਾਰੇ ਲਿਖੋ। ਸੋ ਨੈਟਵਰਕ ਕਈ ਕਿਸਮਾਂ ਦੇ ਹੁੰਦੇ ਹਨ। ਨੈਟਵਰਕਾਂ ਨੂੰ ਉਹਨਾਂ ਦੇ ਆਕਾਰ ਅਤੇ ਉਹਨਾਂ ਨੂੰ ਵਰਤਣ ਦੇ ਤਰੀਕੇ ਅਨੁਸਾਰ ਅਲੱਗ-ਅਲੱਗ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਸੋ ਨੈਟਵਰਕ ਦੇ ਆਕਾਰ ਅਤੇ ਆਧਾਰ 'ਤੇ ਇਹਨਾਂ ਨੂੰ ਹੇਠ ਲਿਖੇ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਸ ਵਿੱਚ ਪਹਿਲਾ ਹੈ ਪੈਨ। ਪੈਨ ਦਾ ਪੂਰਾ ਨਾਮ ਹੈ ਪਰਸਨਲ ਏਰੀਆ ਨੈਟਵਰਕ। ਇਹ ਨੈਟਵਰਕ ਇੱਕ ਬਿਲਡਿੰਗ ਜਾਂ ਇਕੱਲੇ ਵਿਅਕਤੀ ਦੇ ਆਲੇ ਦੁਆਲੇ ਲੱਗਿਆ ਹੁੰਦਾ ਹੈ। ਇਹ ਛੋਟੇ ਦਫ਼ਤਰ ਜਾਂ ਰਿਹਾਇਸ਼ ਦੇ ਅੰਦਰ ਹੋ ਸਕਦਾ ਹੈ। ਪੈਨ ਨੈਟਵਰਕ ਨੂੰ ਕੇਬਲ ਜਾਂ ਬਿਨਾਂ ਤਾਰ ਤੋਂ ਬਣਾਇਆ ਜਾਂਦਾ ਹੈ। ਇਹ ਗੈਜਟ ਜਿਵੇਂ ਕਿ ਲੈਪਟਾਪ, ਕੰਪਿਊਟਰ, ਸੈੱਲਫੋਨ, ਪ੍ਰਿੰਟਰ ਆਦਿ ਦਾ ਆਪਸੀ ਸੰਬੰਧ ਹੁੰਦਾ ਹੈ। ਇਹ ਨੈਟਵਰਕ ਵਰਤਣ ਵਾਲੇ ਦੇ 10 ਮੀਟਰ ਦੇ ਦਾਇਰੇ ਦੇ ਅੰਦਰ ਹੁੰਦਾ ਹੈ। ਇਸ ਨੈਟਵਰਕ ਵਿੱਚ ਵੱਖ-ਵੱਖ ਕਨੈਕਸ਼ਨ ਸ਼ਾਮਲ ਹੁੰਦੇ ਹਨ, ਜਿਵੇਂ ਕਿ ਵਾਈਫਾਈ, ਈਥਰਨੈਟ, ਬਲੂਟੁੱਥ ਆਦਿ। ਇਸ ਨੂੰ ਇੱਕ ਹੀ ਵਿਅਕਤੀ ਰਾਹੀਂ ਵਰਤਿਆ ਜਾਂਦਾ ਹੈ। ਦੂਸਰਾ ਹੈ ਲੈਨ ਨੈਟਵਰਕ। ਸੋ ਲੈਨ ਦਾ ਪੂਰਾ ਨਾਮ ਹੈ ਲੋਕਲ ਏਰੀਆ ਨੈਟਵਰਕ। ਇਸ ਦੀ ਵਰਤੋਂ ਕੰਪਿਊਟਰ ਯੰਤਰਾਂ ਵਿਚਕਾਰ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਲੋਕਲ ਏਰੀਆ ਤੋਂ ਭਾਵ ਹੈ ਖੁਦ ਦਾ ਘਰ, ਸਕੂਲ, ਬਿਜ਼ਨਸ, ਆਰਗੇਨਾਈਜੇਸ਼ਨ, ਕਾਲਜ, ਇੱਕ ਕਮਰਾ ਆਦਿ ਵਿੱਚ ਇਹ ਨੈਟਵਰਕ ਹੋ ਸਕਦਾ ਹੈ। ਸੋ ਇਸ ਨੈਟਵਰਕ ਰਾਹੀਂ ਅਸੀਂ ਕਈ ਸਰੋਤਾਂ ਜਿਵੇਂ ਕਿ ਫਾਈਲਾਂ ਜਾਂ ਹਾਰਡਵੇਅਰ ਯੰਤਰਾਂ ਦੀ ਸਾਂਝ ਕਰ ਸਕਦੇ ਹਾਂ। ਇਹ ਨੈਟਵਰਕ ਦੂਰ ਤੱਕ ਨਹੀਂ ਫੈਲਿਆ ਹੁੰਦਾ, ਇਹ ਕੁਝ ਥਾਵਾਂ ਤੱਕ ਹੀ ਸੀਮਿਤ ਹੁੰਦਾ ਹੈ। ਇਸ ਨੈਟਵਰਕ ਦਾ ਦਾਇਰਾ 1 ਮੀਲ ਤੋਂ ਘੱਟ ਹੁੰਦਾ ਹੈ ਅਤੇ ਡਾਟੇ ਦੀ ਸਪੀਡ 10 ਮੈਗਾਬਿਟ ਪਰ ਸੈਕਿੰਡ ਤੋਂ 10 ਗੀਗਾਬਿਟ ਪਰ ਸੈਕਿੰਡ ਤੱਕ ਹੁੰਦੀ ਹੈ। ਤੀਸਰਾ ਹੈ ਮੈਨ ਦਾ ਪੂਰਾ ਨਾਮ ਹੈ ਮੈਟਰੋਪੋਲੀਟਨ ਏਰੀਆ ਨੈਟਵਰਕ। ਇਹ ਨੈਟਵਰਕ ਵੱਡੇ ਸ਼ਹਿਰਾਂ, ਕਾਲਜ ਕੈਂਪਸ ਅਤੇ ਵੱਡੇ ਖੇਤਰ ਵਿੱਚ ਕੇਬਲ ਟੀਵੀ ਨੈਟਵਰਕ ਰਾਹੀਂ ਵੰਡਿਆ ਹੁੰਦਾ ਹੈ। ਬਹੁਤ ਸਾਰੇ ਲੈਨ ਨੈਟਵਰਕ ਨੂੰ ਮਿਲਾ ਕੇ ਇੱਕ ਮੈਨ ਨੈਟਵਰਕ ਬਣਦਾ ਹੈ ਅਤੇ ਇਹ ਵੱਡੇ ਭੂਗੋਲਿਕ ਖੇਤਰ ਵਿੱਚ ਵਰਤਿਆ ਜਾਂਦਾ ਹੈ। ਸੋ ਮੈਨ ਨੈਟਵਰਕ 10 ਕਿਲੋਮੀਟਰ ਤੋਂ ਲੈ ਕੇ 80 ਤੋਂ 90 ਕਿਲੋਮੀਟਰ ਤੱਕ ਦੇ ਖੇਤਰ ਨੂੰ ਕਵਰ ਕਰਦਾ ਹੈ। ਸ਼ਹਿਰਾਂ ਵਿੱਚ ਵੱਡੀਆਂ ਬਿਜ਼ਨਸ ਫਰਮਾਂ ਆਪਣੀਆਂ ਛੋਟੀਆਂ ਬ੍ਰਾਂਚਾਂ ਨਾਲ ਜੁੜੇ ਰਹਿਣ ਲਈ ਇਸ ਨੈਟਵਰਕ ਦੀ ਵਰਤੋਂ ਕਰਦੀਆਂ ਹਨ। ਇਸ ਤਰ੍ਹਾਂ ਦੇ ਨੈਟਵਰਕ ਨੂੰ ਬਣਾਉਣ ਵਿੱਚ ਬਹੁਤ ਖਰਚ ਆਉਂਦਾ ਹੈ। ਚੌਥੀ ਸਾਡੇ ਕੋਲ ਨੈਟਵਰਕ ਦੀ ਕਿਸਮ ਹੈ ਵੈਨ ਨੈਟਵਰਕ। ਸੋ ਵੈਨ ਦਾ ਪੂਰਾ ਨਾਮ ਹੈ ਵਾਈਡ ਏਰੀਆ ਨੈਟਵਰਕ। ਇਹ ਬਹੁਤ ਵੱਡਾ ਨੈਟਵਰਕ ਹੈ। ਇਹ ਨਾ ਹੀ ਕਿਸੇ ਬਿਲਡਿੰਗ ਅਤੇ ਨਾ ਹੀ ਕਿਸੇ ਸ਼ਹਿਰ ਤੱਕ ਸੀਮਿਤ ਹੁੰਦਾ ਹੈ। ਇਹ ਪੂਰੀ ਦੁਨੀਆ ਦੇ ਨੈਟਵਰਕ ਨੂੰ ਜੋੜਨ ਦਾ ਕੰਮ ਕਰਦਾ ਹੈ। ਵੈਨ ਨੈਟਵਰਕ ਵਿੱਚ ਬਹੁਤ ਸਾਰੇ ਛੋਟੇ ਨੈਟਵਰਕ ਹੁੰਦੇ ਹਨ, ਜਿਵੇਂ ਕਿ ਲੈਨ ਅਤੇ ਮੈਨ ਨੈਟਵਰਕ। ਇਸ ਨੈਟਵਰਕ ਰਾਹੀਂ ਅਸੀਂ ਡਾਟੇ ਨੂੰ ਸੁਰੱਖਿਅਤ ਭੇਜ ਅਤੇ ਪ੍ਰਾਪਤ ਕਰ ਸਕਦੇ ਹਾਂ। ਵੈਨ ਨੈਟਵਰਕ ਦੀ ਸਭ ਤੋਂ ਵਧੀਆ ਉਦਾਹਰਣ ਇੰਟਰਨੈਟ ਹੈ। ਇਸ ਦੇ ਰਾਹੀਂ ਅਸੀਂ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਨਾਲ ਇੰਟਰਨੈਟ ਦੇ ਮਾਧਿਅਮ ਦੇ ਨਾਲ ਵੀਡੀਓ ਕਾਲ, ਆਡੀਓ ਕਾਲ, ਟੈਕਸਟ ਮੈਸੇਜ ਰਾਹੀਂ ਗੱਲਬਾਤ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਹੈ ਚੌਥਾ ਪ੍ਰਸ਼ਨ, ਡਾਟਾ ਟਰਾਂਸਮਿਸ਼ਨ ਦੇ ਤਰੀਕੇ ਦੱਸੋ। ਸੋ ਡਾਟਾ ਟਰਾਂਸਮਿਸ਼ਨ ਤੋਂ ਭਾਵ ਹੈ ਸੈਂਡਰ ਅਤੇ ਰਿਸੀਵਰ ਦੇ ਵਿਚਕਾਰ ਡਾਟਾ ਜਾਂ ਸੂਚਨਾ ਦਾ ਵਹਾਓ। ਸੋ ਸੈਂਡਰ ਅਤੇ ਰਿਸੀਵਰ ਦੇ ਵਿਚਕਾਰ ਡਾਟਾ ਜਾਂ ਸੂਚਨਾ ਦਾ ਵਹਾਓ ਕਈ ਤਰੀਕਿਆਂ ਨਾਲ ਹੋ ਸਕਦਾ ਹੈ। ਇਹ ਤਰੀਕੇ ਹੇਠ ਲਿਖੇ ਅਨੁਸਾਰ 3 ਤਰ੍ਹਾਂ ਦੇ ਹੋ ਸਕਦੇ ਹਨ, ਜਿਸ ਵਿੱਚ ਪਹਿਲਾ ਹੈ ਸਿੰਪਲੈਕਸ। ਸਿੰਪਲੈਕਸ ਵਿੱਚ ਡਾਟੇ ਦਾ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ, ਭਾਵ ਸੂਚਨਾ ਸਿਰਫ ਇੱਕ ਹੀ ਦਿਸ਼ਾ ਵਿੱਚ ਜਾ ਸਕਦੀ ਹੈ। ਦੋ ਜੁੜੇ ਹੋਏ ਯੰਤਰਾਂ ਵਿੱਚੋਂ ਇੱਕ ਹੀ ਡਾਟਾ ਟ੍ਰਾਂਸਫਰ ਕਰ ਸਕਦਾ ਹੈ ਅਤੇ ਦੂਜਾ ਯੰਤਰ ਡਾਟਾ ਪ੍ਰਾਪਤ ਕਰ ਸਕਦਾ ਹੈ। ਸੋ ਉਦਾਹਰਣ ਲਈ ਕੀਬੋਰਡ, ਮਾਊਸ, ਟੈਲੀਵਿਜ਼ਨ। ਦੂਸਰਾ ਹੈ ਹਾਫ ਡੁਪਲੈਕਸ। ਹਾਫ ਡੁਪਲੈਕਸ ਵਿੱਚ ਡਾਟੇ ਦਾ ਸੰਚਾਰ ਦੋਨਾਂ ਯੰਤਰਾਂ ਵਿਚਕਾਰ ਹੁੰਦਾ ਹੈ, ਭਾਵ ਸੈਂਡਰ ਅਤੇ ਰਿਸੀਵਰ ਦੋਨੋਂ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ, ਪਰ ਇੱਕ ਸਮੇਂ 'ਤੇ ਇੱਕ ਹੀ ਦਿਸ਼ਾ ਵਿੱਚ। ਇਸ ਟਰਾਂਸਮਿਸ਼ਨ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇੱਕੋ ਸਮੇਂ 'ਤੇ ਡਾਟਾ ਸੰਚਾਰ ਦੀ ਜ਼ਰੂਰਤ ਨਹੀਂ ਪੈਂਦੀ। ਇਸ ਦੀ ਉਦਾਹਰਣ ਹੈ ਵਾਕੀ-ਟਾਕੀ। ਤੀਸਰੀ ਇਸ ਦੀ ਕਿਸਮ ਹੈ ਫੁੱਲ ਡੁਪਲੈਕਸ। ਫੁੱਲ ਡੁਪਲੈਕਸ ਰਾਹੀਂ ਇੱਕੋ ਸਮੇਂ ਵਿੱਚ ਸੈਂਡਰ ਅਤੇ ਰਿਸੀਵਰ ਦੋਨੋਂ ਡਾਟਾ ਦਾ ਸੰਚਾਰ ਕਰ ਸਕਦੇ ਹਨ।
ਫੁੱਲ ਡੁਪਲੈਕਸ ਵਿੱਚ ਡਾਟਾ ਸੰਚਾਰ ਦੀ ਸਮਰੱਥਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਦੋਨੋਂ ਡਾਟਾ ਸੰਚਾਰ ਕਰ ਸਕਣ। ਇਸ ਦੀ ਉਦਾਹਰਨ ਹੈ ਟੈਲੀਫੋਨ ਲਾਈਨ। ਅੱਗੇ ਸਾਡੇ ਕੋਲ ਹੁਣ ਚੌਥੇ ਪਾਰਟ ਦੀਆਂ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ DBMS ਦਾ ਪੂਰਾ ਨਾਮ ਡੈਸ਼ ਹੈ। ਸਾਡੇ ਕੋਲ ਜੇ ਆਪਸ਼ਨ ਹੈ ਡਾਟਾਬੇਸ ਮੈਨੇਜਰ ਸਿਸਟਮ, ਡਾਟਾਬੇਸ ਮੈਨੇਜਮੈਂਟ ਸਿਸਟਮ, ਡਾਟਾਬੇਸ ਮੈਨੇਜਮੈਂਟ ਸਿਸਟਮ ਤੇ ਲਾਸਟ ਹੈ ਡਾਟਾਬੇਸ ਮੈਸੇਂਜਰ ਸੌਫਟਵੇਅਰ। ਸਾਡੇ ਕੋਲ ਦਾ ਸਹੀ ਉੱਤਰ ਹੈ DBMS ਦਾ ਪੂਰਾ ਨਾਮ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਦੂਸਰੀ ਖਾਲੀ ਥਾਂ ਡਾਟਾਬੇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਡੈਸ਼ ਦੀ ਹੁੰਦੀ ਹੈ। ਸਾਡੇ ਕੋਲ ਜੋ ਆਪਸ਼ਨ ਹੈ ਡਾਟਾਬੇਸ ਮਾਸਟਰ, ਦੂਸਰਾ ਡਾਟਾਬੇਸ ਐਡਮਿਨਿਸਟ੍ਰੇਟਰ, ਤੀਸਰਾ ਯੂਜ਼ਰ ਅਤੇ ਚੌਥਾ ਆਮ ਵਿਅਕਤੀ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਡਾਟਾਬੇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਡਾਟਾਬੇਸ ਐਡਮਿਨਿਸਟ੍ਰੇਟਰ ਦੀ ਹੁੰਦੀ ਹੈ। ਤੀਸਰਾ ਖਾਲੀ ਥਾਂ ਹੈ ਪ੍ਰੋਸੈਸਿੰਗ ਤੋਂ ਬਾਅਦ ਡਾਟਾ ਡੈਸ਼ ਵਿੱਚ ਬਦਲ ਜਾਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਡਾਟਾਬੇਸ ਸੂਚਨਾ ਐਂਟੀਟੀ ਜਾਂ ਸੌਫਟਵੇਅਰ। ਸਾਡੇ ਕੋਲ ਦਾ ਸਹੀ ਉੱਤਰ ਹੈ ਪ੍ਰੋਸੈਸਿੰਗ ਤੋਂ ਬਾਅਦ ਡਾਟਾ ਸੂਚਨਾ ਵਿੱਚ ਬਦਲ ਜਾਂਦਾ ਹੈ। ਅੱਗੇ ਚੌਥੀ ਸਾਡੇ ਕੋਲ ਖਾਲੀ ਥਾਂ ਹੈ ਇੱਕ ਦੂਜੇ ਨਾਲ ਸੰਬੰਧਿਤ ਸੂਚਨਾਵਾਂ ਤੋਂ ਡੈਸ਼ ਤਿਆਰ ਹੁੰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਡਾਟਾਬੇਸ DBMS, DBA ਜਾਂ ਫਾਈਲ ਪ੍ਰੋਸੈਸਿੰਗ ਸਿਸਟਮ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਇੱਕ ਦੂਜੇ ਨਾਲ ਸੰਬੰਧਿਤ ਸੂਚਨਾਵਾਂ ਤੋਂ ਡਾਟਾਬੇਸ ਤਿਆਰ ਹੁੰਦਾ ਹੈ। ਅੱਗੇ ਪੰਜਵੀਂ ਖਾਲੀ ਥਾਂ ਡੈਸ਼ ਇੱਕ ਵਿਲੱਖਣ ਕੀ ਹੁੰਦੀ ਹੈ। ਸਾਡੇ ਕੋਲ ਜੋ ਆਪਸ਼ਨ ਹੈ ਫੋਰਨ ਪ੍ਰਾਇਮਰੀ ਕੀ, ਫੋਰਨ ਕੀ, ਇਲੈਕਟ੍ਰੋਨਿਕ ਕੀ ਜਾਂ ਡਾਟਾਬੇਸ ਕੀ। ਸਾਡੇ ਕੋਲ ਦਾ ਸਹੀ ਉੱਤਰ ਹੈ ਪ੍ਰਾਇਮਰੀ ਕੀ ਇੱਕ ਵਿਲੱਖਣ ਕੀ ਹੁੰਦੀ ਹੈ। ਅੱਗੇ ਸਾਡੇ ਕੋਲ ਹੁਣ ਛੋਟੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਡਾਟਾਬੇਸ ਤੋਂ ਕੀ ਭਾਵ ਹੈ। ਸੋ ਇੱਕ ਦੂਜੇ ਨਾਲ ਸੰਬੰਧਿਤ ਸੂਚਨਾਵਾਂ ਦੇ ਸਮੂਹ ਨੂੰ ਡਾਟਾਬੇਸ ਕਿਹਾ ਜਾਂਦਾ ਹੈ। ਡਾਟਾਬੇਸ ਵਿੱਚ ਡਾਟਾ ਤਰਤੀਬਵਾਰ ਸਟੋਰ ਕੀਤਾ ਜਾਂਦਾ ਹੈ। ਡਾਟਾਬੇਸ ਵਿੱਚ ਸੂਚਨਾਵਾਂ ਦੀ ਉਚਿਤ ਵਿਵਸਥਾ ਹੁੰਦੀ ਹੈ। ਡਾਟਾਬੇਸ ਤੋਂ ਕਿਸੇ ਵੀ ਸਮੇਂ ਲੋੜੀਂਦੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾਟਾਬੇਸ ਤਿਆਰ ਕਰਨ ਲਈ ਇੱਕ ਸੌਫਟਵੇਅਰ ਵਰਤਿਆ ਜਾਂਦਾ ਹੈ ਜਿਸ ਨੂੰ ਡਾਟਾਬੇਸ ਮੈਨੇਜਮੈਂਟ ਸਿਸਟਮ ਕਿਹਾ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ ਵੱਖ-ਵੱਖ ਤਰ੍ਹਾਂ ਦੇ ਰਿਲੇਸ਼ਨਸ਼ਿਪ ਕਿਹੜੇ ਹਨ। ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ 3 ਰਿਲੇਸ਼ਨਸ਼ਿਪ ਹੈ ਜਿਸ ਵਿੱਚ ਪਹਿਲਾ ਹੈ ਇੱਕ ਤੋਂ ਇੱਕ ਰਿਲੇਸ਼ਨਸ਼ਿਪ, ਦੂਸਰਾ ਹੈ ਇੱਕ ਤੋਂ ਅਨੇਕ ਰਿਲੇਸ਼ਨਸ਼ਿਪ, ਤੀਸਰਾ ਹੈ ਅਨੇਕ ਤੋਂ ਅਨੇਕ ਰਿਲੇਸ਼ਨਸ਼ਿਪ। ਤੀਸਰਾ ਪ੍ਰਸ਼ਨ ਹੈ ਵੱਖ-ਵੱਖ DBA ਦੇ ਨਾਮ ਦੱਸੋ। ਸੋ ਵੱਖ-ਵੱਖ DBA ਦੇ ਨਾਮ ਵਿੱਚ ਸਾਡੇ ਕੋਲ ਪਹਿਲਾ ਹੈ ਐਡਮਿਨਿਸਟ੍ਰੇਟਿਵ DBA, ਦੂਸਰਾ ਡਿਵੈਲਪਮੈਂਟ DBA, ਤੀਸਰਾ ਆਰਕੀਟੈਕਟ DBA, ਚੌਥਾ ਹੈ ਡਾਟਾ ਵੇਅਰਹਾਊਸ DBA। ਚੌਥਾ ਪ੍ਰਸ਼ਨ ਹੈ SQL ਕੀ ਹੈ। ਸੋ SQL ਦਾ ਪੂਰਾ ਨਾਮ ਸਟਰਕਚਰਡ ਕੁਐਰੀ ਲੈਂਗੁਏਜ ਹੈ। ਇਹ ਇੱਕ ਹਾਈ ਲੈਵਲ ਭਾਸ਼ਾ ਹੈ ਜੋ ਕਿ ਰਿਲੇਸ਼ਨਲ ਡਾਟਾਬੇਸ ਵਿੱਚ ਵਰਤੀ ਜਾਂਦੀ ਹੈ। ਇਸ ਦੀ ਵਰਤੋਂ ਡਾਟਾ ਨੂੰ ਸਾਂਭਣ, ਕੰਟਰੋਲ ਕਰਨ, ਬਦਲਣ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ। ਇਹ ਇੱਕ ਪ੍ਰੋਗਰਾਮਰ ਲਈ ਇਹ ਨਿਰਧਾਰਿਤ ਕਰਨ ਵਿੱਚ ਸਹਾਇਕ ਹੁੰਦੀ ਹੈ ਕਿ ਕਿਸ ਡਾਟਾ ਦੀ ਉਸਨੂੰ ਜ਼ਰੂਰਤ ਹੈ। ਪੰਜਵਾਂ ਪ੍ਰਸ਼ਨ ਹੈ ਕੀਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ। ਸੋ ਕੀਜ਼ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਇਹ ਕਈ ਕਿਸਮਾਂ ਦੀਆਂ ਹੁੰਦੀਆਂ ਹਨ। ਕੁਝ ਆਮ ਵਰਤੀਆਂ ਜਾਣ ਵਾਲੀਆਂ ਜਿਹੜੀ ਕੀਜ਼ ਸਾਡੇ ਕੋਲ ਹੈ ਜਿਸ ਵਿੱਚ ਸਾਡੇ ਕੋਲ ਪਹਿਲੀ ਹੈ ਸੁਪਰ ਕੀ, ਦੂਸਰਾ ਕੈਂਡੀਡੇਟ ਕੀ, ਤੀਸਰਾ ਪ੍ਰਾਇਮਰੀ ਕੀ, ਚੌਥਾ ਕੰਪੋਜ਼ਿਟ ਕੀ, ਪੰਜਵਾਂ ਫੋਰਨ ਕੀ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਨਾਰਮਲਾਈਜੇਸ਼ਨ ਬਾਰੇ ਜਾਣਕਾਰੀ ਦਿਓ। ਇਹ ਕਿੰਨੀ ਪ੍ਰਕਾਰ ਦੀ ਹੁੰਦੀ ਹੈ। ਸੋ ਨਾਰਮਲਾਈਜੇਸ਼ਨ ਇੱਕ ਵਿਗਿਆਨਿਕ ਵਿਧੀ ਹੈ। ਇਸ ਵਿਧੀ ਦੁਆਰਾ ਔਖੇ ਟੇਬਲ ਨੂੰ ਬਿਲਕੁਲ ਆਸਾਨ ਤਰੀਕੇ ਨਾਲ ਯੂਜ਼ਰ ਦੇ ਸਮਝਣ ਯੋਗ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਇਸ ਦੀ ਵਰਤੋਂ ਨਾਲ ਟੇਬਲ ਵਿੱਚੋਂ ਰਿਡੰਡੈਂਸੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਡਾਟਾਬੇਸ ਇਨਕਨਸਿਸਟੈਂਸੀ ਨੂੰ ਘੱਟ ਕਰਨ ਜਾਂ ਖਤਮ ਕਰਨ ਲਈ ਵੀ ਵਰਤੀ ਜਾਂਦੀ ਹੈ। ਇਹ ਕਈ ਪ੍ਰਕਾਰ ਦੀ ਹੁੰਦੀ ਹੈ। ਨਾਰਮਲਾਈਜੇਸ਼ਨ ਨੂੰ ਲਾਗੂ ਕਰਨ ਦੇ ਇਹਨਾਂ ਤਰੀਕਿਆਂ ਨੂੰ ਨਾਰਮਲ ਫਾਰਮ ਕਿਹਾ ਜਾਂਦਾ ਹੈ। ਸੋ ਨਾਰਮਲਾਈਜੇਸ਼ਨ ਦੇ ਜਿਹੜੇ ਤਰੀਕੇ ਜਿਸ ਵਿੱਚ ਪਹਿਲਾ ਤਰੀਕਾ ਸਾਡੇ ਕੋਲ ਹੈ ਪਹਿਲੀ ਨਾਰਮਲ ਫਾਰਮ, ਦੂਜੀ ਨਾਰਮਲ ਫਾਰਮ, ਤੀਜੀ ਨਾਰਮਲ ਫਾਰਮ, ਚੌਥੀ ਨਾਰਮਲ ਫਾਰਮ ਤੇ ਪੰਜਵੀਂ ਨਾਰਮਲ ਫਾਰਮ। ਅੱਗੇ ਸਾਡੇ ਕੋਲ ਅਗਲਾ ਪ੍ਰਸ਼ਨ ਹੈ DBMS ਕੀ ਹੁੰਦਾ ਹੈ, ਇਸ ਦੇ ਲਾਭ ਅਤੇ ਹਾਨੀਆਂ ਦੱਸੋ। ਸੋ DBMS ਦਾ ਪੂਰਾ ਨਾਮ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਇਸ ਸਿਸਟਮ ਨੂੰ ਫਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਇਹ ਇੱਕ ਸਿਸਟਮ ਸੌਫਟਵੇਅਰ ਹੈ। ਇਸ ਨੂੰ ਡਾਟਾਬੇਸ ਬਣਾਉਣ, ਡਾਟਾ ਦਾ ਪ੍ਰਬੰਧ ਕਰਨ, ਡਾਟਾ ਨੂੰ ਰਿਕਵਰ ਕਰਨ ਆਦਿ ਕੰਮਾਂ ਲਈ ਵਰਤਿਆ ਜਾਂਦਾ ਹੈ। ਸੋ DBMS ਯੂਜ਼ਰ ਅਤੇ ਡਾਟਾਬੇਸ ਵਿੱਚ ਇੱਕ ਇੰਟਰਫੇਸ ਦਾ ਕੰਮ ਕਰਦਾ ਹੈ। ਅੱਗੇ ਹੁਣ ਪਹਿਲਾਂ ਅਸੀਂ DBMS ਦੇ ਲਾਭ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਲਾਭ ਹੈ DBMS ਰਿਡੰਡੈਂਸੀ ਨੂੰ ਕੰਟਰੋਲ ਕਰਦਾ ਹੈ। ਦੂਸਰਾ ਡਾਟਾ ਨੂੰ ਕਈ ਯੂਜ਼ਰ ਵਿਚਕਾਰ ਵੰਡਿਆ ਜਾ ਸਕਦਾ ਹੈ। DBMS ਡਾਟਾ ਬੈਕਅਪ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਚੌਥਾ DBMS ਡਾਟਾ ਦੀ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਅੱਗੇ ਹੁਣ ਅਸੀਂ DBMS ਦੀਆਂ ਹਾਨੀਆਂ ਬਾਰੇ ਜਾਣਾਂਗੇ। DBMS ਨੂੰ ਵਰਤਣ ਲਈ ਤਕਨੀਕੀ ਸਿੱਖਿਆ ਦੀ ਲੋੜ ਪੈਂਦੀ ਹੈ। ਦੂਸਰਾ DBMS ਦੀ ਕੀਮਤ ਅਤੇ ਪ੍ਰਬੰਧਨ ਦਾ ਖਰਚਾ ਜ਼ਿਆਦਾ ਹੁੰਦਾ ਹੈ।
ਤੀਸਰਾ DBMS ਲਈ ਵੱਧ ਹਾਰਡਵੇਅਰ ਦੀ ਲੋੜ ਪੈਂਦੀ ਹੈ। ਚੌਥਾ DBMS ਵਿੱਚ ਕੰਮ ਕਰਨਾ ਕਾਫੀ ਗੁੰਝਲਦਾਰ ਹੁੰਦਾ ਹੈ। ਅਤੇ ਪੰਜਵਾਂ DBMS ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਬਹੁਤ ਔਖਾ ਹੁੰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਡਾਟਾ ਮਾਡਲ ਤੋਂ ਕੀ ਭਾਵ ਹੈ, ਇਸ ਦੇ ਭਾਗਾਂ ਬਾਰੇ ਜਾਣਕਾਰੀ ਦਿਓ। ਡਾਟਾ ਮਾਡਲ ਤੋਂ ਭਾਵ ਹੈ ਕਿ ਉਹ ਤਰੀਕਾ ਜੋ ਸਾਨੂੰ ਡਾਟਾਬੇਸ ਦੇ ਸਟਰਕਚਰ ਬਾਰੇ ਜਾਣਕਾਰੀ ਦਿੰਦਾ ਹੈ। ਇਸ ਦੀ ਵਰਤੋਂ ਡਾਟਾ ਦਾ ਵਰਣਨ ਕਰਨ ਲਈ, ਡਾਟਾ ਵਿਚਕਾਰ ਸੰਬੰਧਾਂ ਦਾ ਵਰਣਨ ਕਰਨ ਲਈ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ। ਸੋ ਡਾਟਾ ਮਾਡਲ ਦੇ ਭਾਗ ਹੈ। ਡਾਟਾ ਮਾਡਲ ਮੁੱਖ ਤੌਰ ਤੇ 3 ਭਾਗਾਂ ਵਿੱਚ ਵੰਡੇ ਜਾ ਸਕਦੇ ਹਨ, ਜਿਸ ਵਿੱਚ ਪਹਿਲਾ ਹੈ ਆਬਜੈਕਟ ਓਰੀਐਂਟਡ ਲੌਜੀਕਲ ਮਾਡਲ। ਇਸ ਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਹ ਮੁੱਖ ਤੌਰ ਤੇ 5 ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਬਾਈਨਰੀ ਮਾਡਲ, ਦੂਸਰਾ ਫੰਕਸ਼ਨਲ ਮਾਡਲ, ਤੀਸਰਾ ਐਂਟੀਟੀ ਰਿਲੇਸ਼ਨਸ਼ਿਪ ਮਾਡਲ, ਚੌਥਾ ਆਬਜੈਕਟ ਓਰੀਐਂਟਡ ਲੌਜੀਕਲ ਮਾਡਲ, ਲਾਸਟ ਹੈ ਸਿਮੈਂਟਿਕ ਡਾਟਾ ਮਾਡਲ। ਦੂਸਰੀ ਕਿਸਮ ਹੈ ਰਿਕਾਰਡ ਬੇਸਡ ਲੌਜੀਕਲ ਮਾਡਲ। ਸੋ ਇਸ ਦੀ ਵਰਤੋਂ ਲਾਈਨ ਦਰ ਲਾਈਨ ਡਾਟਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਪਰ ਇਸ ਵਿੱਚ ਪੱਕੇ ਤੌਰ ਤੇ ਇੱਕ ਫਾਰਮੈਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਹਰ ਇੱਕ ਰਿਕਾਰਡ ਦੇ ਆਪਣੇ ਐਟਰੀਬਿਊਟ ਹੁੰਦੇ ਹਨ। ਸੋ ਇਹ ਐਟਰੀਬਿਊਟ 3 ਤਰ੍ਹਾਂ ਦੇ ਹੁੰਦੇ ਹਨ, ਜਿਸ ਵਿੱਚ ਪਹਿਲਾ ਹੈ ਨੈਟਵਰਕ ਮਾਡਲ, ਦੂਸਰਾ ਰਿਲੇਸ਼ਨਲ ਮਾਡਲ, ਤੀਸਰਾ ਹਾਇਰਾਰਕੀਕਲ ਮਾਡਲ। ਤੀਸਰੀ ਕਿਸਮ ਹੈ ਫਿਜ਼ੀਕਲ ਡਾਟਾ ਮਾਡਲ। ਸੋ ਇਸ ਦੀ ਵਰਤੋਂ ਡਾਟਾ ਦਾ ਸਭ ਤੋਂ ਨਿਚਲੇ ਲੈਵਲ ਉੱਤੇ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਐਂਟੀਟੀ, ਐਟਰੀਬਿਊਟ, ਐਂਟੀਟੀ ਸੈੱਟ, ਰਿਲੇਸ਼ਨਸ਼ਿਪ ਸੈੱਟ ਆਦਿ ਇਸ ਮਾਡਲ ਦੇ ਕੁਝ ਮਹੱਤਵਪੂਰਨ ਹਿੱਸੇ ਹਨ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਨਾਲ ਹੋਰ ਵੀ ਐਜੂਕੇਸ਼ਨਲ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।